ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਅੱਜ ਆਪਾਂ ਇਹ 970 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਇਹ ਕਬੀਰ ਜੀ ਦੇ ਸ਼ਬਦ ਜਿਹੜੇ ਹੈਗੇ ਰਾਮਕਲੀ ਰਾਗ ਦੇ ਵਿੱਚ 7ਵਾਂ ਸ਼ਬਦ ਲੈ ਰਹੇ ਹਾਂ ਆਪਾਂ। ਮਹਾਰਾਜ ਮਿਹਰ ਕਰਨ, ਸੰਗਤੀ ਰੂਪ ਦੇ ਵਿੱਚ ਸਾਡੀ ਝੋਲੀ 'ਚ ਪਾਉਣ ਇਹ ਗਿਆਨ, ਔਰ ਇਹਦੇ ਅਨੁਸਾਰ ਜਿਹੜਾ ਹੈਗਾ ਅਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਇਹ ਗਿਆਨ ਦੇ ਅਨੁਸਾਰ ਆਪਣੇ ਆਪ ਨੂੰ ਚੇਂਜ ਕਰੀਏ। ਮੁੰਦਰਾ ਮੌਨ ਦਇਆ ਕਰ ਝੋਲੀ, ਪੱਤਰ ਕਾ ਕਰੋ ਵਿਚਾਰ ਰੇ। ਹੁਣ ਕਬੀਰ ਜੀ ਕਹਿੰਦੇ ਕਿ ਮੈਂ ਤੈਨੂੰ ਜੋਗੀ ਬਣਾਉਣਾ ਹੈ ਭਾਈ। ਪਹਿਲਾਂ ਹੀ ਕਹਿੰਦੇ ਭਾਈ ਜੋਗੀ ਬਣਨਾ ਪਊਗਾ, ਕੋਈ ਚਾਰਾ ਨਹੀਂ ਹੈ, ਜੋਗੀ ਬਣਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ। ਦੇਖ ਤੈਨੂੰ ਜਿਹੜਾ ਕੰਨਾਂ 'ਚ ਮੁੰਦਰਾਂ ਪਾਉਣੀਆਂ ਪੈਣੀਆਂ ਆ, ਅਤੇ ਝੋਲੀ ਵੀ ਰੱਖਣੀ ਪੈਣੀ ਆ, ਅਤੇ ਤੈਨੂੰ ਜਿਹੜਾ ਹੈਗਾ ਪਾਤਰ ਵੀ ਰੱਖਣਾ ਪੈਣਾ ਭਾਈ, ਜਿਹਦੇ 'ਚ ਮੰਗਣਾ ਪਊਗਾ ਤੈਨੂੰ। ਐਵੇਂ ਦੀ ਗੱਲ ਬਣਨੀ ਨਹੀਂ ਆ। ਜੋਗੀ ਬਣੇ ਬਗੈਰ ਇਹ ਡਰੈਸ ਕੋਡ ਤਾਂ ਲੈਣਾ ਪਊਗਾ। ਖਿੰਥਾ ਯਤਨ ਸੀਵੋ ਆਪਣਾ ਨਾਮ ਕਰੋ ਆਧਾਰ ਰੇ। ਕਹਿੰਦੇ ਮੈਂ ਵੀ, ਕਬੀਰ ਜੀ ਕਹਿੰਦੇ ਮੈਂ ਵੀ ਮਨ ਸੀਤਾ ਹੋਇਆ ਆਪਣਾ, ਮੈਂ ਵੀ ਝੋਲੀ ਬਣਾਈ ਹੋਈ ਆ, ਮੈਂ ਵੀ ਝੋਲੀ ਲਈ ਹੋਈ ਆ ਖਿੰਥਾ, ਅਤੇ ਮੈਂ ਵੀ ਆਧਾਰ ਰੱਖਿਆ ਆ। ਮੇਰੇ ਕੋਲ ਵੀ ਆਧਾਰ ਹੀ ਹੈਗੀ ਆ, ਫੌੜੀ ਜਿਹੜੀ ਜਿਹਦੇ ਨਾਲ ਆਪਾਂ ਉਹ ਆਧਾਰ ਕਰਦੇ ਆ, ਜਿਹਦੇ ਨਾਲ ਜਿਹੜਾ ਹੈਗਾ ਉਹ ਟੇਕ ਰੱਖਦੇ ਆ। ਕਹਿੰਦੇ ਉਹ ਜਿਹੜੀ ਹੈਗੀ ਆ, ਹੁਣ ਇਹ ਕਿਸ ਤਰ੍ਹਾਂ ਦਾ ਕੋਡ ਆ, ਕਿਵੇਂ ਦਾ ਜੋਗੀ ਬਣਾਉਣਾ ਚਾਹੁੰਦੇ ਆ। ਐਸਾ ਜੋ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖੇ ਭੋਗੀ। ਕਹਿੰਦੇ ਇਹੋ ਜਿਹੇ ਯੋਗ ਮੇਰਾ ਡਿਫਰੈਂਟ ਯੋਗ ਹੈਗਾ, ਜੋਗੀਆਂ ਨਾਲੋਂ ਅਲੱਗ ਯੋਗ ਹੈਗਾ ਮੇਰਾ। ਇਹਦੇ ਵਿੱਚ ਜਿਹੜਾ ਹੈਗਾ ਜਪ ਤਪ ਸੰਜਮ ਜਿਹੜਾ ਹੈਗਾ ਸਾਰਾ ਜੋਗੀਆਂ ਵਾਂਗੂ ਨਹੀਂ ਕਰਨਾ ਪੈਂਦਾ, ਇਹ ਗੁਰੂ ਦੇ ਰਾਹੀਂ ਕਰਨਾ ਪਊਗਾ, ਬ੍ਰਹਮ ਗਿਆਨੀਆਂ ਦੇ ਰਾਹੀਂ ਜਪ ਤਪ ਸੰਜਮ ਕਰਨਾ ਪਊਗਾ। ਔਰ ਇਸ ਤੋਂ ਬਾਅਦ ਇਹ ਗ੍ਰਸਤੀ ਇਹਦੇ ਵਿੱਚ ਚੱਲਦੇ ਆ, ਗ੍ਰਸਤੀ ਰਹਿਣਾ ਪਊਗਾ। ਗ੍ਰਸਤੀ ਰਹਿੰਦੇ ਆ ਜਿਹੜੇ ਗ੍ਰਸਤੀ ਦੇ ਵਿੱਚ ਰਹਿੰਦੇ ਆ ਉਹ ਜਲਦੀ ਸਫਲਤਾ ਪਾ ਲੈਂਦੇ ਆ। ਰਹਾਓ ਹੁਣ ਆਪਾਂ ਦੇਖੀਏ ਕਬੀਰ ਜੀ ਕਿਹੋ ਜਿਹੇ ਜੋਗੀ ਆਪਾਂ ਨੂੰ ਬਣਾਉਣਾ ਚਾਹੁੰਦੇ, ਆਪ ਬਣੇ ਹੋਏ ਆ। ਮੁੰਦਰਾ ਮੌਨ ਦਇਆ ਕਰ ਝੋਲੀ। ਕਹਿੰਦੇ ਮੁੰਦਰਾ ਕੀ ਆ? ਮੌਨ। ਮੌਨ ਹੋ ਜਾ, ਆਪਣੇ ਅੰਦਰ ਵੜ, ਵਿਚਾਰਾਂ ਨੂੰ ਬੰਦ ਕਰ। ਮੁੰਦਰਾ ਮੌਨ ਦਇਆ ਕਰ ਝੋਲੀ। ਝੋਲੀ ਕਾਹਦੀ ਬਣਾਉਣੀ ਹੈ? ਦਇਆ ਦੀ। ਹਰੇਕ ਦੇ ਉੱਤੇ ਦਇਆ ਹੋਣੀ ਚਾਹੀਦੀ ਹੈ ਤੈਨੂੰ। ਅਸੀਂ 970 ਅੰਗ 'ਤੇ ਹਾਂ, ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਦੱਸ ਦਈਏ। ਮੁੰਦਰਾ ਮੌਨ ਦਇਆ ਕਰ ਝੋਲੀ। ਕਹਿੰਦੇ ਕੰਨਾਂ 'ਚ ਮੁੰਦਰਾ ਪਾਉਣੀਆਂ, ਬਲੌਰ ਦੀਆਂ ਮੁੰਦਰਾ ਨਹੀਂ ਪਾਉਣੀਆਂ। ਇਹ ਮੁੰਦਰਾ ਪਾਉਣੀਆਂ ਆ ਮੌਨ ਦੀਆਂ। ਮੁੰਦਰਾ ਮੌਨ, ਵਿਚਾਰ ਬੰਦ ਕਰਨੇ ਆਪਣੇ। ਦਇਆ ਦੀ ਝੋਲੀ ਰੱਖਣੀ ਆ ਆਪਾਂ ਨੇ। ਦਇਆ ਨਹੀਂ ਆ ਤੇ ਝੋਲੀ ਹੈ ਨਹੀਂ ਤੇਰੇ ਕੋਲ, ਨਹੀਂ ਬਣਿਆ ਜੋਗੀ। ਇੱਕ ਆਈਟਮ ਮਿਸ ਹੋ ਗਿਆ ਤੇਰਾ। ਪੱਤਰ ਕਾ ਕਰੋ ਵਿਚਾਰ ਰੇ। ਪਾਤਰ ਤੇਰੇ ਕੋਲ, ਤੂੰ ਮਾਲਕ ਤੋਂ ਖੈਰ ਲੈਣੀ ਆ, ਪਰਮਾਤਮਾ ਤੋਂ ਨਾਮ ਦੀ ਦਾਤ ਲੈਣੀ ਆ, ਤੂੰ ਧਿਆਨ ਸਿਮਰਨ ਭਗਤੀ ਲੈਣੀ ਆ, ਮਾਲਕ ਦੀ ਨੇੜਤਾ ਲੈਣੀ ਆ ਤੂੰ, ਤੇ ਪਾਤਰ ਤਾਂ ਚਾਹੀਦਾ ਹੈ ਪਿਆਰਿਆ। ਪਾਤਰ ਕੀ ਹੈ? ਵਿਚਾਰ, ਵਿਵੇਕ ਬੁੱਧੀ। ਆ ਗਿਆਨ, ਇਹਦਾ ਵਿਚਾਰ ਚਾਹੀਦਾ, ਇਹਨੂੰ ਵਿਚਾਰਨਾ ਹੈ ਗਿਆਨ ਨੂੰ। ਖਿੰਥਾ ਇਹ ਤਨ ਸੀਵੋਂ ਆਪਣਾ। ਤਨ ਨੂੰ ਦੇਖ ਲਾ ਪਿਆਰਿਆ, ਇਹ ਗਿਆਨ ਇੰਦਰੀਆਂ ਇਹਦੇ ਅੰਦਰ ਹੈਗੀਆਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ ਸਾਰੀਆਂ ਤੇਰੀਆਂ। ਇਹਨਾਂ ਨੂੰ ਸਮੇਟ, ਕਿੱਧਰ ਕਿੱਧਰ ਜਾ ਰਹੀਆਂ, ਕੀ ਖਾ ਰਹੀਆਂ, ਕੀ ਪੀ ਰਹੀਆਂ, ਕੀ ਭੋਗ ਰਹੀਆਂ, ਕਿੱਧਰ
ਜ਼ਰੂਰਤ ਨਹੀਂ ਹੈ ਤਾਂ ਵੀ ਜਿਹੜਾ ਹੈਗਾ ਇਹ ਲੱਗੀਆਂ ਹੋਈਆਂ 24/7 ਕਾਰਵਾਈ 'ਚ। ਇਹਨਾਂ ਨੂੰ ਸੀ ਇਹ ਤੇਰੀ ਖਿੰਤਾ ਹੋ ਜਾਏਗੀ। ਖਿੰਤਾ ਹੈ ਤਨ ਸੀਓ ਆਪਣਾ, ਜਿੰਨੀ ਕੁ ਲੋੜ ਆ ਉਨੇ ਕੁ ਦੇ ਨਾਲ ਗੁਜ਼ਾਰਾ ਕਰ। ਖਿੰਤਾ ਇਹੋ ਤਨ ਸੀਓ ਆਪਣਾ, ਨਾਮ ਕਰੋ ਆਧਾਰ ਰੇ। ਨਾਮ ਦਾ ਆਧਾਰ ਲੈ, ਨਾਮ ਦਾ ਆਸਰਾ ਲੈ, ਨਾਮ ਦੀ ਟੇਕ ਰੱਖ। ਐਸਾ ਜੋ ਕਮਾਵੋ ਜੋਗੀ, ਇਹੋ ਜਿਹਾ ਜੋਗੀ ਬਣ। ਇਹਨੂੰ ਕਮਾਈ ਕਰਨੀ ਪੈਣੀ ਹੈ। ਇਹ ਐਵੇਂ ਨਹੀਂ ਬਣ ਲੱਗਾ, ਖਾਲੀ ਡਰੈਸ ਕੋਡ ਨਹੀਂ ਹੈਗਾ, ਇਹਦੀ ਕਮਾਈ ਕਰਨੀ ਪੈਣੀ ਹੈ ਸਾਰੀ ਉਮਰ ਲਗਾਤਾਰ ਜਿਹੜਾ ਹੈਗਾ ਇਹਦੇ ਵਾਸਤੇ ਤਰਲਾ ਕਰਨਾ ਪੈਣਾ ਹੈ। ਐਸਾ ਜੋ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖੇ ਭੋਗੀ। ਗੁਰੂ ਦੇ ਰਾਹੀਂ ਜੋ ਬ੍ਰਹਮ ਗਿਆਨ ਕਹਿ ਰਿਹਾ ਉਹ ਕਾਰਵਾਈ ਕਰਨੀ, ਗ੍ਰਸਤੀ ਹੋ ਕੇ ਹੋਆ ਜਪ ਤਪ ਸੰਜਮ ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹਾਂਜੀ ਸਾਧ ਸੰਗਤ ਜੀ, ਇਹ ਸਾਰੀ ਜਿੰਨੀ ਵੀ ਕਥਾ ਚੱਲਣੀ ਹੈ ਨਾ, ਇਹ ਕੇਵਲ ਸਾਨੂੰ ਸੁਧਾਰਨ ਵਾਸਤੇ, ਤੁਹਾਨੂੰ ਉੱਚਾ ਚੁੱਕਣ ਵਾਸਤੇ, ਸਾਡੀ ਬਿਮਾਰੀ ਦੂਰ ਕਰਨ ਵਾਸਤੇ, ਸਾਡੇ ਜੀਵਨ ਨੂੰ ਜੋ ਦੇਖਣ ਦਾ ਨਜ਼ਰੀਆ ਹੈ ਉਹਨੂੰ ਬਦਲਣ ਵਾਸਤੇ ਜਿਹੜੀ ਵੀ ਕਥਾ ਚੱਲਣੀ ਆ ਉਹ ਚੱਲਣੀ ਆ। ਕੇਵਲ ਸਾਨੂੰ ਇੱਕ ਨਜ਼ਰੀਆ ਬਖਸ਼ਦੇ ਨੇ ਕਿ ਆਪਾਂ ਕਰਨਾ ਕੀ ਹੈ। ਲੈਂਡ ਮੈਪ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਤੁਸੀਂ ਬਾਹਰੀ ਭੇਸ ਤੁਸੀਂ ਬਦਲ ਕੇ ਆਪਣੇ ਆਪ ਨੂੰ ਜੋਗੀ ਸਮਝਦੇ ਜੋ, ਉਹਨੂੰ ਉਹਨਾਂ ਚਿੰਨ੍ਹਾਂ ਨੂੰ ਵਰਤਿਆ ਹੈ, ਪਰ ਅਸਲ ਦੇ ਵਿੱਚ ਉਹਨਾਂ ਦਾ ਅਸਲੀ ਮਕਸਦ ਕੀ ਉਹ ਸਮਝਾਇਆ। ਹੁਣ ਕੱਲ ਆਪਾਂ ਇੱਕ ਵਿਚਾਰ ਕੀਤੀ ਸੀ, ਕੱਲ ਦੀ ਵਿਚਾਰ ਦਾ ਇੱਕ ਪੁਆਇੰਟ ਸੀ ਕਿ ਜੇਕਰ ਮੈਂ ਇਕੱਲਾ ਆਪਣਾ ਚਿਹਰਾ ਸਾਫ਼ ਕਰਦਾ ਹਾਂ, ਆਪਣੇ ਪੈਰਾਂ ਨੂੰ, ਆਪਣੇ ਸਰੀਰ ਦੇ ਦੂਜੇ ਹਿੱਸਿਆਂ ਨੂੰ ਇਗਨੋਰ ਕਰਦਾ ਹਾਂ, ਕੇਵਲ ਚਿਹਰੇ ਨੂੰ ਸਾਫ਼ ਰੱਖਣ ਦੇ ਨਾਲ ਕੀ ਮੈਂ ਸੱਚੀ ਨਿੱਜਰ ਸਾਹਿਬ ਸਹੀ ਕਰ ਰਿਹਾ ਨਾ? ਹਾਂ। ਔਰ ਆਪਾਂ ਲੋਕ ਏਦਾਂ ਹੀ ਕਰਦੇ ਨੇ। ਵੇਖੋ ਕਈ ਲੋਕ ਵੇਖਣਗੇ, ਉਹ ਸੋਚਦੇ ਕਿ ਉੱਥੇ ਲੰਗਰ ਵਰਤਾਉਣ ਦੇ ਨਾਲ ਤੇ ਬਾਕੀ ਜੀਵਨ ਜਿੱਦਾਂ ਮਰਜ਼ੀ ਚਲਾਓ। ਉਹੀ ਕੰਮ ਆ ਕਿ ਇਕੱਲਾ ਚਿਹਰਾ ਧੋਣਾ ਤੇ ਬਾਕੀ ਜਿਹੜੀ ਚੀਜ਼ ਹੈ ਉਹਨੂੰ ਛੱਡ ਦੇਣਾ। ਨਿੱਜਰ ਸਾਹਿਬ ਹੁਣ ਜਿਹੜਾ ਗਿਆਨ ਪ੍ਰਾਪਤ ਕਰਨਾ ਉਹ ਵੀ ਸਮਝ ਲਓ ਕਿ ਉਹਦੀ ਇੱਕ ਲਿਮਟ ਆ। ਉਹਦੀ ਮਤਲਬ ਆਪਾਂ ਜੇ ਕਹਿ ਜਾਵੇ ਉਹਦੀ ਲਿਮਟ ਦਾ ਮਤਲਬ ਉਹਦਾ ਇੱਕ ਲੈਵਲ ਆ। ਉਸ ਲੈਵਲ ਤੋਂ ਇਲਾਵਾ ਇਹ ਤਿੰਨ ਚੀਜ਼ਾਂ ਆਪ ਜੀ ਨੂੰ ਪਹਿਲਾਂ ਵੀ ਵਿਚਾਰ ਕੀਤੀ ਸੀ ਆਪ ਜੀ ਨਾਲ, ਗਿਆਨ ਕਰਮ ਮਾਰਗ, ਗਿਆਨ ਮਾਰਗ ਤੇ ਭਗਤੀ ਮਾਰਗ। ਇਹ ਹਾਂ ਬਿਲਕੁਲ ਸਹੀ ਗੱਲ ਹੈ। ਇਹ ਜਿਹੜਾ ਨਾ ਗੋਰਖੀ ਸਾਹਿਬ ਗਿਆਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਇੱਕ ਸਾਧਨ ਹੈਗਾ, ਇੱਕ ਕੰਪਲੀਟ ਨਹੀਂ ਹੈਗਾ। ਬਈ ਕੰਪਲੀਟ ਜਿਹੜਾ ਹੈਗਾ ਇਹ ਪਰਮਾਤਮਾ ਨੂੰ ਜਿਹੜਾ ਹੈਗਾ ਜਾਣ ਦੇ ਵਾਸਤੇ ਜਿਹੜਾ ਇਕੱਲਾ ਬਸ ਗਿਆਨ ਲੈ ਲਿਆ ਤੇ ਬਈ ਪਰਮਾਤਮਾ ਦੇ ਨੇੜੇ ਪਹੁੰਚ ਜਾਵਾਂਗੇ ਆਪਾਂ ਨਾ। ਇਹ ਇੱਕ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਨਾਂ ਦੇ ਵਿੱਚ ਇੱਕ ਗਿਆਨ ਹੈਗਾ। ਹਾਂਜੀ ਵੀਰ ਜੀ। ਹਾਂ, ਮਤਲਬ ਕਹਿਣ ਤੋਂ ਭਾਵ ਹੈ ਕਿ ਤੁਹਾਡੀ ਜਿੱਦਾਂ ਰਕਸ਼ਾ ਵਾ, ਰਕਸ਼ੇ ਦੇ 4 ਟਾਇਰ ਨੇ। ਇਸੇ ਤਰ੍ਹਾਂ ਤੁਸੀਂ ਰਕਸ਼ੇ ਦਾ ਇੱਕ ਟਾਇਰ ਕੱਢ ਦੋਗੇ ਤੇ ਰਕਸ਼ਾ ਕਿਸੇ ਕੰਮ ਦਾ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ, ਇਹ ਪਰ ਆਪਾਂ ਕਰਦੇ ਪਏ ਏਦਾਂ ਹੀ ਆ। ਆਪਾਂ ਇੱਕ ਟਾਇਰ ਚਾਲੂ ਕੀਤਾ ਵਾ, 2 ਬੰਦ ਕੀਤੇ ਨੇ, ਹੈ ਹੀ ਨਹੀਂ ਉੱਥੇ। ਹਾਂ, ਹੈ ਹੀ ਨਹੀਂ ਹੈ, ਬਿਲਕੁਲ। ਉਹ ਰਕਸ਼ਾ ਚੱਲਣਾ ਨਹੀਂ। ਬਾਣੀ ਕਹਿੰਦੀ ਆ ਕਿ ਤੂੰ ਦਾਨ ਵੀ ਕਰਨਾ ਹੈ ਤੇ ਵਿਚਾਰਨਾ ਕਰਨਾ ਹੈ, ਤੇ ਜੇ ਤੂੰ ਭਗਤੀ ਵੀ ਕਰਨੀ ਹੈ ਤੇ ਤੈਨੂੰ ਗਿਆਨ ਹੋਣਾ ਚਾਹੀਦਾ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਦੇਖੋ ਪਤਾ ਗਿਆਨ, ਹੁਣ ਗਿਆਨ ਦਾ ਮਤਲਬ ਕੀ ਆ? ਕਿਸਾਨ ਬੀਜਦਾ, ਉਹ 72 ਵਹਿੰਦਾ ਪੈੜੀ ਦਾ ਪਹਿਲਾਂ,
ਪੈਲੀ ਤਿਆਰ ਕਰਨੀ ਪੈਂਦੀ ਆ, ਕਾਫੀ ਕੁਝ ਵੇਖ ਕੇ ਫੇਰ ਹੀ ਬੀਜ ਉਗਣਾ ਹੈ। ਇਹ ਨਹੀਂ ਕਿ ਜਿੱਥੇ ਮਰਜ਼ੀ ਸੁੱਟਿਆ ਤੇ ਬੀਜ ਉਗ ਜਾਏਗਾ। ਬਿਲਕੁਲ ਸਹੀ ਗੱਲ ਆ। ਔਰ ਇਹ ਵੀ ਗੱਲ ਆ, ਦੇਖ ਲਓ ਗੋਰਖੀ ਸਾਹਿਬ ਕਿ ਅੱਜ ਜਿਹੜਾ ਹੁਣ ਜਿਹੜਾ ਹੈਗਾ, ਅੱਜ ਜੇ ਬੀਜ ਪਾਉਣਾ ਹੈ ਤੇ ਉੱਤੇ ਬੱਦਲ ਪਿਆ, ਕਾਲਾ ਸ਼ਾਹ ਬੱਦਲ ਆ, ਮੀਂਹ ਘਨਘੋਰ ਮੀਂਹ ਪੈਣ ਵਾਲਾ ਹੈ ਤੇ ਆਪਾਂ ਬੀਜ ਦਈਏ ਨਾ, ਵੇਟ ਕਰ ਲੇਗਾ। ਹਾਂ, ਔਰ ਉਹਦਾ ਇੰਤਜ਼ਾਰ ਕਰਨ ਦੇ ਨਾਲ ਫਾਇਦਾ, ਨੁਕਸਾਨ ਨਹੀਂ। ਹੁਣ ਵੇਖੋ ਲੋਹਾ ਗਰਮ ਆ ਤੇ ਉਹਨੂੰ ਜਿਹਨੂੰ ਮਰਜ਼ੀ ਮੋੜ ਲਓ। ਤੁਸੀਂ ਠੰਡੇ ਲੋਹੇ ਨੂੰ ਸਮਝਾਓਗੇ, ਤੇ ਥੋੜਾ ਚਲਾਓਗੇ, ਉਹ ਟੁੱਟ ਜਾਵੇਗਾ ਪਰ ਮੁੜੇਗਾ ਨਹੀਂ। ਇੱਕ ਹੋਰ ਚੀਜ਼ ਹੈ ਗੋਰਖੀ ਸਾਹਿਬ, ਕੱਲਾ ਲੋਹਾ ਗਰਮ ਕਰ ਲਓ, ਫਿਰ ਠੰਡਾ ਕਰ ਲਓ, ਗਰਮ ਕਰ ਲਓ, ਠੰਡਾ ਕਰ ਲਓ, ਕਦੀ ਕੁਛ ਨਹੀਂ ਹੋਣ ਵਾਲਾ ਉਹਨੂੰ, ਲੋਹੇ ਨੂੰ ਉਵੇਂ ਉਸ ਤਰ੍ਹਾਂ ਹੀ ਰਹਿਣਾ, ਉਹਨੇ ਹੋਰ ਹਾਰਡ ਹੋ ਜਾਣਾ, ਉਹਨੂੰ ਥੋੜਾ ਚਲਾਉਣਾ ਪੈਣਾ। ਹਾਂ ਤੇ ਨਿੱਜਰ ਸਾਹਿਬ ਇਹ ਵੀ ਗੱਲ ਸਹੀ ਆ। ਤੇ ਨੰਬਰ 2 ਇਹ ਵੀ ਸਹੀ ਆ ਕਿ ਜਦੋਂ ਆਪਾਂ ਲੋਹਾ ਗਰਮ ਆ ਉਹਨੂੰ ਮੋੜਨਾ ਬੜਾ ਆਸਾਨ ਆ। ਹਾਂ, ਇਹ ਜਿਹੜੀ ਸੰਗਤ ਆ ਕੇਵਲ ਲੋਹੇ ਨੂੰ ਗਰਮ ਕਰਦੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਇੱਕ ਔਰ ਗਿਆਨ ਵੀ ਲੋਹੇ ਨੂੰ ਗਰਮ ਕਰਦਾ ਹੈ, ਗਿਆਨ ਵੀ ਲੋਹੇ ਨੂੰ ਗਰਮ ਕਰਦਾ ਹੈ। ਇੱਥੇ ਵੀ ਆਪਾਂ ਬੈਠੇ ਆ, ਇਹ ਜਿਹੜਾ ਕੰਮ ਹੈ ਕੇਵਲ ਲੋਹੇ ਨੂੰ ਗਰਮ ਹੀ ਕਰਨਾ ਹੈ ਜੀ। ਬਿਲਕੁਲ। ਤੇ ਜੇ ਤੁਸੀਂ ਸੋਚੋ ਕਿ ਲੋਹੇ ਨੂੰ ਗਰਮ ਕਰਦਾ, ਠੰਡਾ ਕਰਦਾ, ਫਿਰ ਗਰਮ ਰੋਜ਼ ਜਿਹੜੀ ਇਹੋ ਕੰਮ ਕਰੋਗੇ ਤੇ ਫਿਰ ਵੀ ਕੁਝ ਨਹੀਂ ਹੋਣਾ। ਉਸ ਤੋਂ ਬਾਅਦ ਤੇ ਤੁਸੀਂ ਥੋੜਾ ਚਲਾਉਣਾ ਸਾਰੇ ਦਿਨ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਮੈਂ ਇੱਕ ਚੀਜ਼ ਤੁਹਾਡੇ ਨਾਲ ਗੱਲ ਕਰਦਾ, ਆਪਣਾ ਇੱਕ ਖਾਸ ਕਰਕੇ ਸੁਭਾਅ ਹੈ ਕਿ ਆਪਣਾ ਹਰ ਇੱਕ ਬੰਦੇ ਦਾ ਇੱਕ ਸੁਭਾਅ ਹੈ। ਤੁਹਾਡੇ ਲਾਗੇ ਕੋਈ ਬੰਦਾ ਆ ਗਿਆ, ਤੁਸੀਂ ਉਹਨੂੰ ਪਸੰਦ ਨਹੀਂ ਕਰਦੇ। ਹੁਣ ਤੁਹਾਡੇ ਅੰਦਰ ਈਰਖਾ, ਉਹਦੇ ਲਈ ਨਫ਼ਰਤ ਵਾਲੀ ਜਿਹੜੀ ਨਾ ਉਹ ਤਰੰਗਾਂ ਪੈਦਾ ਹੋਣੀਆਂ। ਪਰ ਕਦੇ ਤੁਸੀਂ ਮਹਿਸੂਸ ਕੀਤਾ ਕਿ ਤਰੰਗਾਂ ਕਿਉਂ ਪੈਦਾ ਹੋਈਆਂ? ਪਰ ਨਹੀਂ, ਬੰਦਾ ਨਹੀਂ ਸੋਚਦਾ। ਬੰਦਾ ਸੋਚਦਾ ਕਿ ਬੰਦਾ ਠੀਕ ਆ ਗਈਆਂ ਤਰੰਗਾਂ ਤੇ ਬਸ ਕਹਿੰਦਾ ਉਹਨੂੰ ਚਾਰਜਿੰਗ ਕਰੀ ਜਾਂਦਾ ਵਾ। ਵਿਵੇਕ ਦੇ ਨਾਲ ਸੋਚਦਾ ਨਹੀਂ ਹੈ ਕਿ ਇਹ ਬੰਦਾ ਆ ਗਿਆ, ਕੀ ਕੀਤਾ ਜਾ ਸਕਦਾ। ਪਰ ਹੁਣ ਮੇਰੇ ਅੰਦਰ ਏਦਾਂ ਦੀ ਜਿਹੜੀ ਸਥਿਤੀ ਕਿਉਂ ਬਣਦੀ ਆ, ਮੇਰੇ ਅੰਦਰ ਏਦਾਂ ਦਾ ਭਾਵ ਕਿਉਂ ਆ ਰਿਹਾ? ਜਦੋਂ ਤੁਹਾਡੇ ਅੰਦਰ ਇਹ ਭਾਵ ਆ ਗਿਆ ਨਾ ਤੇ ਸਮਝ ਲਓ ਕਿ ਤੁਸੀਂ ਜੀਵਨ ਦੇ ਜਿਹੜੇ ਬਹੁਤ ਵਧੀਆ ਦਿਸ਼ਾ ਦੇ ਵੱਲ ਚੱਲ ਪਏ। ਸਧਾਰਨ ਬੰਦਾ ਨਹੀਂ ਸੋਚਦਾ, ਉਹਨੂੰ ਪਤਾ ਵੀ ਨਹੀਂ। ਉਹ ਸੋਚਦਾ ਕਿ ਜਸਟ ਨਾਰਮਲ ਹੈ ਸਭ ਕੁਛ, ਪਰ ਨਾਰਮਲ ਨਹੀਂ ਹੈਗਾ। ਕੋਈ ਬੰਦਾ ਆ ਗਿਆ ਵਾ, ਸਾਨੂੰ ਪਸੰਦ ਨਹੀਂ ਹੈ, ਠੀਕ ਹੈ, ਉਹ ਵੱਖਰੀ ਗੱਲ ਆ। ਪਰ ਉਹਦੇ ਲਈ, ਉਹਦੇ ਪ੍ਰਤੀ ਮੇਰੇ ਅੰਦਰ ਈਰਖਾ ਵਾਲੇ ਵਿਚਾਰ ਕਿਉਂ ਆਉਂਦੇ? ਕੋਈ ਰਿਸ਼ਤੇਦਾਰ ਹੁੰਦੇ ਨੇ, ਕੋਈ ਵੀ ਲਾ ਲਓ, ਐਨੀਬਾਡੀ। ਸੋ ਇੱਥੇ ਇਹ ਚੀਜ਼ ਨੂੰ ਵਿਚਾਰ ਕਰਨ ਦੀ ਲੋੜ ਆ। ਉਹ ਹੈ ਸਾਡੇ ਚਿੱਤ ਦੀ ਅਸ਼ਾਂਤੀ। ਅਸ਼ਾਂਤ ਚਿੱਤ ਨੂੰ ਉਸ ਤਰੰਗ ਨੇ ਕੀਤਾ ਕਿ ਉਹਦੇ ਅੰਦਰ ਕੰਪਨ ਪੈਦਾ ਕਰਦੀ ਹੈ। ਔਰ ਇਸ ਚਿੱਤ ਨੂੰ ਸ਼ਾਂਤ ਕਰਨਾ ਜਿਹੜਾ ਹੈ, ਪਹਿਲਾਂ ਵੀ ਬਾਣੀ ਚ ਮੈਂ 4-5 ਦਿਨ ਪਹਿਲਾਂ ਆਈ ਸੀ ਗੱਲ ਕਿ ਪ੍ਰਮਾਤਮਾ ਜਿਹੜਾ ਇੱਕ ਪਰਬਤ ਵਾਂਗੂ ਹੈ। ਔਰ ਜਦੋਂ ਤੇਰਾ ਸੰਬੰਧ ਉਹਦੇ ਨਾਲ ਜੁੜ ਗਿਆ ਤੇ ਤੂੰ ਵੀ ਪਰਬਤ ਵਾਂਗੂ ਬਹੁਤ ਵਿਸ਼ਾਲ ਹੋ ਜਾਏਗਾ। ਤੇਰੇ ਅੰਦਰ ਕੰਪਨ ਪੈਦਾ ਕਰਨੀ ਬਹੁਤ ਮੁਸ਼ਕਲ ਹੈ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਹਾਂ ਠੀਕ ਹੈ ਜੀ। ਹੁਣ ਆਪ ਜੀ ਫਿਰ ਆ ਜਾਓ ਕਥਾ ਤੇ, ਆ ਜਾਓ ਫਿਰ। ਹਾਂ, ਇੱਕ ਨਾ ਜਸਵਿੰਦਰ ਕੌਰ ਜਿਹੜੀ ਹੈਗੀ, ਆਪਣਾ ਜਿਹੜਾ ਨਾ ਪੰਜੇ ਦਾ ਨਿਸ਼ਾਨ ਬੰਦ ਕਰ ਦਿਓ ਜੀ। ਇਹ ਮੁੰਦਰਾ ਮੌਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ। ਆਹ ਜਿਹੜੇ ਹੈਗੇ ਮਨੋਜ ਗਿੱਲ, ਤੁਸੀਂ ਇੱਕ ਹੋਰ ਚਾਲੂ ਕਰਤਾ, ਪੰਜੇ ਦਾ ਨਿਸ਼ਾਨ ਬੰਦ ਕਰ ਦਿਓ ਜੀ ਦੋਨੋਂ, ਮਨੋਜ ਗਿੱਲ ਤੇ ਜਸਵਿੰਦਰ ਕੌਰ। ਮੁੰਦਰਾ ਮੌਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ। ਕਹਿੰਦੇ ਭਾਈ ਮੌਨ ਜਿਹੜਾ ਹੈਗਾ ਇਹ ਆਪਣੇ ਅੰਦਰ ਸ਼ੋਰ ਜਿਹੜਾ ਹੈਗਾ, ਮਾਇਆ ਦਾ ਸ਼ੋਰ ਜਿਹੜਾ, ਪਦਾਰਥਾਂ ਦਾ ਸ਼ੋਰ ਜਿਹੜਾ ਹੈਗਾ, ਇਹ ਅੰਦਰ ਤੇਰੇ ਜਿਹੜੇ ਹੈਗੇ ਹਰ ਟਾਈਮ ਵਿਚਾਰ ਚੱਲਦੇ ਰਹਿੰਦੇ ਆ। ਇਹਨਾਂ ਵਿਚਾਰਾਂ ਨੂੰ ਜਿਹੜਾ ਹੈਗਾ ਬੰਦ ਕਰ। ਇਹ ਮੁੰਦਰਾ ਪਾ ਲਾ। ਦਇਆ ਕਰ ਝੋਲੀ, ਦਇਆ ਦੀ ਝੋਲੀ, ਹਰੇਕ ਦੇ ਉੱਤੇ ਦਇਆ ਕਰ। ਜੇ ਦਇਆ ਕਰੇਗਾ ਤੇ ਆਪਣੇ ਆਪ ਤੇਰੇ ਕੋਲ ਝੋਲੀ ਬਣ ਗਈ, ਜੋਗੀ ਬਣ ਗਿਆ। ਜੋਗੀਆਂ ਦੀ ਜੇ ਮੌਨ ਜਿਹੜਾ ਆਪਣੇ ਵਿਚਾਰਾਂ ਤੇ ਕੰਟਰੋਲ ਕਰਨ ਲੱਗ ਗਿਆ ਤੇ ਮੁੰਦਰਾ ਵੀ ਪੈ ਗਈਆਂ ਤੇਰੇ ਕੰਨਾਂ 'ਚ, ਤੇ ਦਇਆ ਕਰਨੀ ਸ਼ੁਰੂ ਕਰਤੀ ਤੇ ਝੋਲੀ ਵੀ ਬਣ ਗਈ ਤੇਰੀ। ਤੇ ਪੱਤਰ ਕਾ ਕਰੋ ਵਿਚਾਰ ਰੇ। ਜੇ ਵਿਚਾਰ ਵਿਵੇਕ ਬੁੱਧੀਆ ਗਿਆਨ ਦਾ ਵਿਚਾਰ ਲੈ ਲਿਆ ਤੇ ਤੇਰੇ ਕੋਲ ਜਿਹੜਾ ਹੈਗਾ ਪਾਤਰ ਵੀ ਬਣ ਗਿਆ, ਤੂੰ ਜੋਗ ਹੋ ਗਿਆ। ਜੇ ਤੂੰ ਗਿਆਨ ਲੈ ਲਿਆ ਤੇ ਜੋਗ ਹੋ ਗਿਆ ਤੂੰ, ਜਿਹੜਾ ਭਿਕਸ਼ਾ ਦੇ। ਖਿੰਥਾ ਇਹ ਤਨ ਸੀਵੋਂ ਆਪਣਾ ਨਾਮ ਕਰੋ ਆਧਾਰ ਰੇ। ਔਰ ਇਹ ਤਨ ਜਿਹੜਾ ਹੈਗਾ, ਜਿਹੜਾ ਪੂਰਾ ਦਾ ਪੂਰਾ ਮਾਇਆ ਦੇ ਵਿੱਚ ਸੀਤਾ ਹੋਇਆ ਆ, ਇਹਨੂੰ ਉਹ ਮਾਲਕ ਪਰਮਾਤਮਾ ਦੇ ਨਾਲ
ਪਰਮਾਤਮਾ ਦੀ ਯਾਦ ਦੇ ਵਿੱਚ ਸੀਣਾ ਹੈ ਆਪਾਂ ਨੇ। ਇਹ ਖਿੰਤਾ ਹੋ ਗਈ ਤੇਰੀ, ਪਰਮੇਸ਼ਰ ਦੀ ਯਾਦ, ਧਿਆਨ ਸਿਮਰਨ ਤੇਰੇ ਅੰਦਰ ਆ ਗਿਆ, ਇਹ ਖਿੰਤਾ ਹੋ ਗਈ ਤੇਰੀ। ਨਾਮ ਕਰੋ ਆਧਾਰ, ਨਾਮ ਦਾ ਆਧਾਰ ਬਣਾ ਲਿਆ, ਬਸ ਗੱਲ ਬਣ ਗਈ, ਬਣ ਗਿਆ ਜੋਗੀ ਹੁਣ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਫੇਰ ਉੱਪਰ ਜਾਂਦੇ ਆ। ਮੁੰਦਰਾ ਮੌਨ, ਮੌਨ ਦਾ ਮਤਲਬ ਹੈ ਚੁੱਪ ਹੋ ਜਾਣਾ। ਇੱਕ ਤੇ ਮੂੰਹ ਨਾਲ ਚੁੱਪ ਹੋਣਾ ਨਾ, ਇੱਕ ਅੰਦਰੋਂ ਚੁੱਪ ਹੋ ਜਾਣਾ। ਕਾਫੀ ਉੱਚੀ ਅਵਸਥਾ ਹੈ ਜਿਸ ਨੂੰ ਤੁਸੀਂ ਸਮਾਧੀ ਵਿੱਚ ਅਨੁਭਵ ਕਰ ਰਹੇ ਹੋ ਨਾ ਹੁਣ, ਇਹ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਏਗੀ, ਪੱਕਾ, ਪਰਮਾਨੈਂਟ। ਉਹ ਕਹਿੰਦੇ ਨੇ ਮਨ ਚੜਿਆ ਦਸਵੇਂ ਆਕਾਸ਼, ਮਨ ਇਸੇ ਤਰ੍ਹਾਂ ਦਸਵੇਂ ਆਕਾਸ਼ ਚੜਿਆ ਰਹੇਗਾ, ਭਾਵੇਂ ਤੁਸੀਂ ਖਾਂਦੇ ਪੀਏ ਜੋ ਖਾਂਦੇ ਹੋ, ਪੀਂਦੇ ਹੋ, ਸੌਂਦੇ ਹੋ, ਬੈਠੇ ਹੋ, ਉਹ ਜਿਹੜਾ ਮਨ ਦੀ ਜਿਹੜੀ ਸਥਿਤੀ ਹੈ ਉਹ ਤੁਹਾਡੇ ਥੱਲੇ ਨਹੀਂ ਆਵੇਗੀ। ਬਹੁਤ ਉੱਚੀ ਅਵਸਥਾ ਹੈ ਉਹ, ਕਿਉਂਕਿ ਅੰਦਰ ਜਿਹੜਾ ਮੌਨ ਆ ਗਿਆ। ਮੌਨ ਦਾ ਮਤਲਬ ਕੀ ਹੋ ਗਿਆ? ਤੁਸੀਂ ਮਨ ਦੇ ਨਾਲ ਕੋਈ ਕੰਮ ਕੀਤਾ, ਉਸ ਤੋਂ ਬਾਅਦ ਕੰਮ ਖਤਮ ਤੇ ਮਨ ਸ਼ਾਂਤ। ਐਵੇਂ ਹੀ ਜਿਹੜੇ ਹੈਗੇ ਆਸਾ ਮਨਸਾ ਨਹੀਂ ਚੱਲਣੀਆਂ, ਐਵੇਂ ਹੀ ਜਿਹੜੇ ਹੈਗੇ ਤੇ 24 ਘੰਟੇ ਜਿਹੜਾ ਹੈਗਾ ਦੁਨੀਆ ਦੇ ਵਿਚਾਰ ਜਿਹੜੇ ਹੈਗੇ ਫਾਲਤੂ ਦੇ, ਉਹਨਾਂ ਦਾ ਕੋਈ ਪਤਾ ਹੀ ਨਹੀਂ। ਜਿਵੇਂ ਥੁੱਕ ਦੇ ਪਕੌੜੇ ਹੈਗੇ, ਪਕਾਈ ਜਾਓ, ਜਿਹੜਾ ਸ਼ੇਕ ਚਿੱਲੀ ਵਾਂਗੂ ਜਿਹੜਾ ਹੈਗਾ। ਹਾਂਜੀ ਵੀਰ ਜੀ। ਹਾਂ, ਬਸ ਅੰਦਰੋਂ ਜਿਹੜਾ ਉਹ ਜਿਹੜੀ ਆਨੰਦਮਈ ਅਵਸਥਾ ਬਣੂਗੀ, ਉਹਨੂੰ ਸੱਚ ਚਿੱਤ ਆਨੰਦ ਕਹਿੰਦੇ ਆਪਾਂ। ਗ੍ਰੰਥਾਂ ਦੇ ਵਿੱਚ ਸੱਚ ਚਿੱਤ ਆਨੰਦ ਕਿਹਾ ਗਿਆ, ਅਖੰਡ ਅਵਸਥਾ ਕਿਹਾ ਗਿਆ, ਕਿਉਂਕਿ ਉਹ ਜਿਹੜੀ ਆ ਉਹ ਮੌਨ ਦੀ ਅਵਸਥਾ ਹੈ। ਔਰ ਪ੍ਰਮਾਤਮਾ ਦੇ ਨਾਲ ਗੱਲ ਕਰਨ ਦੇ ਲਈ ਆਪ ਜੀ ਨਾਲ ਪਹਿਲਾਂ ਵੀ ਵਿਚਾਰ ਕੀਤੀ ਸੀ, ਅਗਰ ਤੁਸੀਂ ਪ੍ਰਮਾਤਮਾ ਨਾਲ ਗੱਲ ਕਰਨਾ ਚਾਹੁੰਦੇ ਹੋ, ਬਾਤ ਕਰਨਾ ਚਾਹੁੰਦੇ ਹੋ, ਉਹਦੀ ਭਾਸ਼ਾ ਇੱਕੋ ਹੈ, ਚੁੱਪ ਹੋਏ, ਹੋਰ ਕੋਈ ਭਾਸ਼ਾ ਨਹੀਂ। ਜਦੋਂ ਤੁਸੀਂ ਚੁੱਪ ਹੋ ਗਏ ਤੇ ਸਮਝ ਲਓ ਕਿ ਪ੍ਰਮਾਤਮਾ ਦੇ ਨਾਲ ਗੱਲਬਾਤ ਕਰ ਰਹੇ ਜੀ, ਕਿਉਂਕਿ ਪ੍ਰਮਾਤਮਾ ਬੋਲਦਾ ਨਹੀਂ ਹੈ। ਇਹ ਠੀਕ ਹੈ ਜੀ। ਕਹਿੰਦੇ ਦਇਆ ਕਰ ਝੋਲੀ। ਹੁਣ ਦਇਆ ਦੀ ਝੋਲੀ ਬਹੁਤ ਇੰਪੋਰਟੈਂਟ ਹੈ। ਜਿੰਨਾ ਚਿਰ ਤੱਕ ਤੁਸੀਂ ਕਿਸੇ ਨੂੰ ਮਾਫ ਨਹੀਂ ਕਰਦੇ, ਉਹਨਾਂ ਚਿਰ ਤੁਹਾਡੇ ਅੰਦਰ ਮੌਨ ਨਹੀਂ ਬਣਨਾ। ਬਿਲਕੁਲ, ਕਿਉਂਕਿ ਮੌਨ ਕਰਨ ਦੇ ਲਈ ਵੀ ਤੇ ਕੁਛ ਵੀ ਤੁਹਾਨੂੰ ਬਲੀਦਾਨ ਦੇਣਾ ਪੈਣਾ ਹੈ। ਬਿਲਕੁਲ, ਦਇਆ ਨਹੀਂ ਕਰਾਂਗੇ ਤੇ ਵਿਚਾਰ ਤਾਂ ਅਗਲੇ ਤੇ ਚੱਲੀ ਜਾਣੇ ਆ ਤੁਹਾਡੇ ਅੰਦਰ। ਹੁਣ ਜਿੱਦਣ ਆਪਾਂ ਨੂੰ ਕੋਈ ਚੀਜ਼ ਏਦਾਂ ਦੀ ਲੱਗਦੀ ਹੈ ਕਿ ਜਿਹੜੀ ਚੀਜ਼ ਆਪਾਂ ਨੂੰ ਪਸੰਦ ਨਹੀਂ ਹੈ, ਤੇ ਜਦੋਂ ਆਪਾਂ ਦਇਆ ਕਰ ਦਿੰਦੇ ਆ, ਮਾਫ ਕਰ ਦਿੰਦੇ ਆ, ਫਿਰ ਕੀ ਹੁੰਦਾ? ਅੰਦਰੋਂ ਚਿੱਤ ਨੇ ਸ਼ਾਂਤ ਹੋਣ ਡਿਆ ਪੈਣਾ ਤੁਹਾਡੇ ਨੇ। ਹਾਂ, ਕਿਉਂਕਿ ਦੁਨੀਆ ਜਿਹੜੀ ਆਪਾਂ ਯੂਨੀਕ ਹੈਗੇ ਆ, ਆਪਣੇ ਵਰਗਾ ਕੋਈ ਹੋਰ ਦੁਨੀਆ 'ਚ ਹੈ ਨੀ ਗਾ। ਦੁਨੀਆ ਸਾਰੀ ਅਲੱਗ-ਅਲੱਗ ਆ, ਅਲੱਗ-ਅਲੱਗ ਉਹਨਾਂ ਦੀ ਸੋਚ ਆ, ਅਲੱਗ-ਅਲੱਗ ਉਹਨਾਂ ਦੇ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਉਹਨਾਂ ਦੇ ਕੰਮ ਹੈਗੇ। ਸਾਰੇ ਆਪਣੇ ਆਪਣੇ ਹਿਸਾਬ ਨਾਲ ਚੱਲਣਾ ਹੈ। ਆਪਾਂ ਸੋਚਦੇ ਹਾਂ ਕਿ ਸਾਹਮਣੇ ਵਾਲਾ ਮੇਰੇ ਹਿਸਾਬ ਨਾਲ ਚੱਲੇ, ਬਸ ਇੱਥੇ ਫਿਰ ਪ੍ਰੋਬਲਮ ਹੈਗੀ ਆ। ਜੇ ਨਹੀਂ ਉਹਨੂੰ ਮਾਫ ਕਰਾਂਗੇ, ਨਹੀਂ ਦਇਆ ਕਰਾਂਗੇ, ਤੇ ਫਿਰ ਫਸੇ ਆਪਾਂ, ਫਿਰ ਨਹੀਂ ਜਾਂਦੇ ਵਿਚਾਰ। ਵਿਚਾਰਾਂ ਦੀ ਲੜਾਈ ਚੱਲਦੀ ਰਹਿੰਦੀ ਹੈ, ਜੇ ਅਸੀਂ ਉਹਦੇ ਨਾਲ ਲੜਦੇ ਰਹਿੰਦੇ ਹਾਂ। ਬਸ ਬਿਲਕੁਲ। ਅਸਲ 'ਚ ਸਾਧ ਸੰਗਤ ਜੀ ਪੰਗਾ ਤੇ ਆ ਕਿ ਅਸੀਂ ਨਾ ਅੰਦਰ ਆਪਣੇ ਦੋ ਕਰੈਕਟਰ ਬਣਾ ਲੈਂਦੇ ਹਾਂ। ਇੱਕ ਜਵਾਬ ਦੇਈ ਜਾਂਦਾ ਵਾ, ਇੱਕ ਸਵਾਲ ਕਰੀ ਜਾਂਦਾ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ। ਤੁਸੀਂ ਵੇਖਿਆ ਨੀ, ਬੰਦੇ ਕਈ ਸ਼ੀਸ਼ੇ ਨਾਲ ਗੱਲਾਂ ਕਰੀ ਜਾਂਦੇ, ਇਕੱਲੇ ਬੈਠੇ ਗੱਲਾਂ ਕਰੀ ਜਾਂਦੇ। ਉਹ ਅਸਲ 'ਚ ਪਤਾ ਨੀ ਕਿੱਥੇ ਪਹੁੰਚੇ। ਆਪਣੇ ਕੋਲੋਂ ਹੀ ਸਵਾਲ ਤੇ ਆਪਣੇ ਕੋਲੋਂ ਹੀ ਜਵਾਬ। ਬਸ ਦੇਖੋ, ਉਹਨਾਂ ਨੂੰ ਕਹੋ ਤੇ ਉਹ ਕਹਿੰਦੇ ਅਸੀਂ ਤਾਂ ਆਪਣੇ ਨਾਲ ਗੱਲ ਕਰ ਰਹੇ, ਤੁਹਾਨੂੰ ਕੀ ਤਕਲੀਫ ਦੇ ਰਹੇ। ਇਦਾਂ ਦੇ ਕਈ ਮਿਲ ਜਾਂਦੇ ਆ, ਤੇ ਕਈ ਬੰਦੇ ਹੈ ਤੇ ਸਾਰੇ ਹੀ ਏਦਾਂ ਦੇ ਆ, ਪਰ ਕਈ ਪ੍ਰਗਟ ਨਹੀਂ ਕਰਦੇ, ਅੰਦਰ ਲੱਗੇ ਹੋਏ ਨੇ, ਆਪਣੇ ਅੰਦਰ ਹੀ। ਉਹ ਥੋੜਾ ਜਜ਼ਬਾਤੀ ਹੋ ਗਿਆ ਬੰਦਾ, ਉਹ ਥੋੜਾ ਜਿਹਾ ਐਕਸ਼ਨਾਂ 'ਚ ਆ ਗਿਆ ਵਾ, ਤੇ ਬੜੇ ਜ਼ਿਆਦਾਤਰ ਬੰਦੇ ਅੰਦਰ ਲੱਗੇ ਹੋਏ ਨੇ, ਆਪਣੇ ਨਾਲ ਹੀ ਗੱਲਬਾਤ, ਆਪੇ ਸਵਾਲ, ਆਪੇ ਜਵਾਬ। ਅੱਛਾ ਠੀਕ ਹੈ ਜੀ। ਬਿਲਕੁਲ, ਇਹ ਚੀਜ਼ ਨੂੰ ਧਿਆਨ ਦੇਣ ਦੀ ਲੋੜ ਹੈ। ਔਰ ਸਾਨੂੰ ਕੀ ਕਹਿੰਦੇ ਆ ਕਿ ਸਾਨੂੰ ਕਹਿੰਦੇ ਆ ਕਿ ਪੱਤਰ ਕਾ ਕਰੋ ਵਿਚਾਰ। ਪਾਤਰ, ਹੁਣ ਜਿਹੜਾ ਪਾਤਰ ਚਾਹੀਦਾ ਨਾ, ਹੁਣ ਆਪਾਂ ਨੇ ਪਰਮਾਤਮਾ ਕੋਲੋਂ ਖੈਰ ਲੈਣੀ ਆ, ਨਾਮ ਦੀ ਖੈਰ ਲੈਣੀ ਆ। ਆਪਾਂ ਨੇ ਜਿਹੜਾ ਹੈਗਾ ਮਾਲਕ ਦੇ ਨੇੜੇ ਹੋਣਾ ਆ। ਕਹਿੰਦੇ ਤੇ ਉਹਦੇ ਵਾਸਤੇ ਜਿਹੜਾ ਹੈਗਾ ਵਿਚਾਰ ਚਾਹੀਦਾ ਭਾਈ, ਗਿਆਨ ਦਾ ਵਿਚਾਰ ਚਾਹੀਦਾ, ਤੇਰੇ ਅੰਦਰ ਵਿਵੇਕ ਵਿਚਾਰ ਚਾਹੀਦਾ ਹੈ, ਗੁਰੂ ਵਾਲਾ ਵਿਚਾਰ ਚਾਹੀਦਾ, ਵਿਵੇਕ ਬੁੱਧੀ ਨਾਲ ਵਿਚਾਰ ਕਰਨਾ ਹੈ, ਵਿਵੇਕ ਮੱਤ ਹੋਣੀ ਚਾਹੀਦੀ ਤੇਰੇ ਨਾਲ। ਹਾਂਜੀ ਵੀਰ ਜੀ। ਹੁਣ ਉਹ ਵੇਖੋ, ਉਹਨਾਂ ਨੇ ਤਿੰਨ ਚੀਜ਼ਾਂ ਨੂੰ ਇਨਵੋਲਵ ਕੀਤਾ। ਮੁੰਦਰਾਂ ਦੀ ਗੱਲ ਕੀਤੀ ਹੈ, ਫਿਰ ਦਇਆ ਦੀ ਗੱਲ ਕੀਤੀ ਹੈ, ਤੇ ਫਿਰ ਕਹਿੰਦੇ ਪੱਤਰ, ਜਿਹੜਾ ਪਾਤਰ ਆ, ਜਿਹੜਾ ਤੇਰਾ ਬਰਤਨ ਆ, ਜਿਹਦੇ ਰਾਹੀਂ ਤੂੰ ਭਿਕਸ਼ਾ ਲੈਣੀ ਆ ਜਾਂ ਦਾਨ ਲੈਣਾ ਹੈ, ਤੇ ਉਹ ਵੀ ਤੇਰੀਆਂ ਜਿਹੜਾ ਹੈਗਾ ਉਹਨਾਂ ਦੇ ਮਗਰ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵਾ। ਬਿਲਕੁਲ। ਪਰ ਤੂੰ ਹੋਰ ਤਰ੍ਹਾਂ ਦੇ ਚੱਕਰਾਂ 'ਚ ਫਿਰਦਾ, ਉਹ ਕਹਾਣੀ ਨਹੀਂ ਹੈਗੀ। ਠੀਕ ਹੈ ਨਾ? ਜਸੋ ਅਗਲੀ ਤੁਕ ਬੋਲੋ।
ਖਿੰਥਾ ਇਹ ਤਨ ਸੀਵੋਂ ਆਪਣਾ ਨਾਮ ਕਰੋ ਆਧਾਰ ਰੇ। ਕਹਿੰਦੇ ਮੈਂ ਇਹ ਤਨ ਜਿਹੜਾ ਹੈਗਾ ਮੇਰਾ ਜਿਹੜਾ ਹੈਗਾ ਇਹਦੀਆਂ ਡਿਮਾਂਡਾਂ ਹੈਗੀਆਂ। ਤਨ ਨੇ ਹਰੇਕ ਚੀਜ਼ ਮੰਗਣੀ ਹੈ ਦੁਨੀਆ ਦੀ, ਹਰ ਸਵਾਦ ਜੋ ਵੀ ਦੇਖਿਆ, ਢਿੱਡ ਜਿੰਨਾ ਮਰਜ਼ੀ ਭਰਿਆ ਹੋਏ, ਉਹਨੇ ਦੇਖਿਆ ਕੋਈ ਜੀ ਸਾਹਮਣੇ ਵਧੀਆ ਕੋਈ ਪਈ ਹੈ, ਖੀਰ ਆਏਗੀ ਹੈ, ਹੋਰ ਕੋਈ ਆਈਟਮ ਆ ਗਿਆ, ਉਹਨੇ ਕਿਹਾ ਲਿਆਓ ਜੀ ਦੇ ਦਿਓ, ਥੋੜ੍ਹੀ ਦੇ ਦਿਓ, ਥੋੜ੍ਹੀ। ਖਿੰਥਾ ਇਹ ਤਨ ਸੀਵੋਂ ਆਪਣਾ, ਕਹਿੰਦੇ ਆਪਣੇ ਤਨ ਨੂੰ ਸੀ, ਇਹ ਤਨ ਨੂੰ ਸੀ ਲਾ, ਇਹਦੀਆਂ ਡਿਮਾਂਡਾਂ ਹੈ, ਇਹ ਮੈਟਰ ਹੈਗਾ, ਇਹ ਪਦਾਰਥ ਹੈਗਾ, ਇਹ ਧਾਤ ਹੈਗੀ ਹੈ, ਇਹਨੇ ਧਾਤ ਵੱਲ ਨੂੰ ਅਟਰੈਕਟ ਹੋਣਾ ਹੀ ਹੋਣਾ ਹੈ, ਸਮਾਨ ਵੱਲ ਨੂੰ, ਦੁਨੀਆ ਦੇ ਆਕਾਰ ਵੱਲ ਨੂੰ। ਉੱਥੋਂ ਸੰਕੋਚ ਕਰ ਇਹਨੂੰ ਮਾਲਕ ਪਰਮਾਤਮਾ ਦੇ ਨਾਮ ਦਾ ਆਧਾਰ ਬਣਾਏ ਤਾਂ ਇਹ ਸੀਤਾ ਜਾਊਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਖਿੰਤਾ ਇਹ ਤਨ ਸਿਓ ਆਪਣਾ ਨਾਮ ਕਰੋ ਆਧਾਰ। ਹੁਣ ਕਹਿੰਦੇ ਆ ਕਿ ਜਿਹੜਾ ਤਣ ਹੈ ਨਾ, ਇਹ ਤਣ ਹੈਗਾ ਸਾਡਾ ਜੜ। ਇਹਦੀਆਂ ਇੰਦਰੀਆਂ ਵੀ ਜੜ ਨੇ, ਇਹਦੇ ਫਿਰ ਭੋਗ ਵੀ ਕਿਹੜੇ ਹੋਣਗੇ? ਜੜ ਹੋਣਗੇ। ਬਿਲਕੁਲ। ਜੜ ਭੋਗ ਤੁਹਾਡੇ ਸਾਹਮਣੇ ਜਦੋਂ ਵੀ ਆਏ ਤੇ ਤੁਹਾਡੇ ਅੰਦਰ ਉਹਨਾਂ ਹਲਚਲ ਪੈਦਾ ਕਰ ਦੇਣੀ। ਜਿੰਨਾ ਮਰਜ਼ੀ ਬੰਦਾ ਆਪਣੇ ਆਪ ਨੂੰ ਸਮਝੀ ਫਿਰਦਾ ਨਾ, ਜਦੋਂ ਸਾਹਮਣੇ ਭੋਗ ਆ ਗਿਆ ਨਾ, ਉਸ ਤੋਂ ਬਾਅਦ ਹੀ ਉਹਦੀ ਅੰਦਰਲੀ ਅਵਸਥਾ ਕਿੱਦਾਂ ਦੀ ਆ ਫਿਰ ਪਤਾ ਲੱਗਣਾ। ਬਿਲਕੁਲ ਠੀਕ ਹੈ। ਤੇ ਉਹ ਇਹ ਜਿਹੜੀ ਚੀਜ਼ ਉਹ ਕਹਿ ਰਹੇ ਨੇ ਕਿ ਬਈ ਜਿਹੜਾ ਤੇਰਾ ਅੰਦਰਲਾ ਸਿਸਟਮ ਹੈ ਨਾ, ਜਿਹੜੀ ਤੇਰੀ ਗੋਦੜੀ ਆ, ਉਹਨੂੰ ਏਦਾਂ ਦਾ ਸਿਉ ਕਿ ਮਤਲਬ ਕਹਿਣ ਤੋਂ ਭਾਵ ਕਿ ਜਿਹੜੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਜਿਹੜੀਆਂ ਮੋਰੀਆਂ ਹੋਈਆਂ ਨਾ, ਉਹਨਾਂ ਨੂੰ ਸੀ ਦੇ, ਤਾਂ ਜੋ ਉਹ ਇੱਧਰ ਉੱਧਰ ਭੱਜਣ ਨਾ। ਹੁਣ ਸੀਨ ਦਾ ਤਰੀਕਾ ਕੀ? ਇੱਧਰ ਬੋਰਾ ਥੋੜੀ ਹੈਗਾ ਕੋਈ ਜਿਹਨੂੰ ਆਪਾਂ ਸੀ ਦੇਣਾ। ਸੀਨ ਦਾ ਇੱਕੋ ਤਰੀਕਾ ਹੈਗਾ ਕਿ ਮਨ ਮੈਲੇ ਤੇ ਸਭ ਕੁਛ ਮੈਲਾ। ਬਿਲਕੁਲ ਸਹੀ ਗੱਲ ਹੈ। ਕਦੀ ਵੀ ਦੇਖੋ ਜੋਗੀ ਲੋਕ ਕੀ ਕਰਦੇ, ਇਹ ਲੋਕ ਕਰਦੇ, ਕਹਿੰਦੇ ਕਿ ਅਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਰੋਕਾਂਗੇ, ਅਸੀਂ ਕਾਮ ਦੇ ਉੱਤੇ ਲੰਗੋਟ ਕੱਸ ਲਾਂਗੇ, ਬਾਕੀ ਜਿਹੜਾ ਅੱਖਾਂ ਤੇ ਰੋਕ ਲਾਂਗੇ, ਅੱਖਾਂ ਨੂੰ ਅਸੀਂ ਜਿਹੜਾ ਹੈਗਾ ਬਸ ਰੋਕੀ ਜਾਵਾਂਗੇ। ਉਹ ਕਦੀ ਹੋ ਹੀ ਨਹੀਂ ਸਕਦਾ। ਬਾਣੀ ਕਹਿੰਦੀ ਤੂੰ ਜਿਹੜੀਆਂ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰੇਗਾ, ਕਦੀ ਵੀ ਨਹੀਂ। ਤੇਰਾ ਮਨ ਜਿਹੜਾ ਹੈਗਾ, ਭਾਵੇਂ ਤੂੰ ਇੰਦਰੀਆਂ ਜਿਹੜੀਆਂ ਹੈਗੀਆਂ ਕੱਟ ਦੇ, ਤੇਰੇ ਅੰਦਰ ਕੋਈ ਇੰਦਰੀ ਰਹੇ ਹੀ ਨਾ, ਫਿਰ ਤੇਰਾ ਮਨ ਕਿੱਧਰ ਹੈ ਪਿਆ ਰਿਹਾ? ਮਨ ਦੇ ਵਿੱਚ ਜਿਹੜੇ ਹੈਗੇ ਤੇਰੇ ਭੋਗ ਤਾਂ ਮਨ ਕਰ ਰਿਹਾ ਹੈ, ਡਿਮਾਂਡ ਤਾਂ ਮਨ ਦੀ ਹੁੰਦੀ ਹੈ, ਇੰਦਰੀਆਂ ਤਾਂ ਪੈਸਿਵ ਹੈਗੀਆਂ। ਤੇ ਮਨ ਨੂੰ ਕੰਟਰੋਲ ਕਰੇਗਾ ਤੇ ਇਹ ਇੰਦਰੀਆਂ ਆਟੋਮੈਟਿਕਲੀ ਸ਼ਾਂਤ ਹੋ ਜਾਣਗੀਆਂ। ਸਾਹਮਣੇ ਭਾਵੇਂ ਜੇ ਜਿਹਾ ਮਰਜ਼ੀ ਰੂਪ ਹੋਏ, ਜੇ ਜਿਹਾ ਮਰਜ਼ੀ ਭੋਜਨ ਹੋਏ, ਇਹ ਇੰਦਰੀਆਂ ਜਿਹੜੀਆਂ, ਜੇ ਮਨ ਸ਼ਾਂਤ ਆ ਤੇ ਮਜਾ ਲਿਆ ਜਿਹੜੀ ਕੋਈ ਇੰਦਰੀ ਜਿਹੜੀ ਹੈਗੀ ਉਧਰ ਨੂੰ ਜਿਹੜਾ ਹੈਗਾ ਰੁਚੀ ਕਰ ਸਕੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਜਿਹੜੀਆਂ ਇੰਦਰੀਆਂ ਨਾ, ਇੰਦਰੀਆਂ ਨੂੰ ਜੇਕਰ ਤੁਸੀਂ ਰੋਕਦੇ ਜੋ ਤੇ ਕਹਿਣ ਤੋਂ ਭਾਵ ਹੈ ਕਿ ਤੁਸੀਂ ਟਾਇਰ ਨੂੰ ਸਮਝਾ ਰਹੇ ਜੋ, ਖੱਬੇ ਬੰਨੇ ਮੋੜ, ਸੱਜੇ ਬੰਨੇ ਮੋੜ, ਅੱਗੇ ਚੱਲ, ਪਿੱਛੇ ਚੱਲ। ਇਹ ਕੰਮ ਜੇ, ਤੇ ਇਹ ਜੋਗੀ ਲੋਕ ਇਹੋ ਕੰਮ ਕਰਦੇ। ਤੁਸੀਂ ਵੇਖਣੇ ਲੰਗੋਟ ਬੱਧੇ ਹੁੰਦੇ ਨਾ। ਹਾਂ ਬਿਲਕੁਲ ਸਹੀ। ਔਰ ਸੁਆਹ ਮਲੀ ਹੁੰਦੀ ਹੈ। ਅਸਲ ਦੇ ਵਿੱਚ ਇਹ ਜਿਹੜੀ ਸਵਾਵਾਂ ਮਲੀ ਫਿਰਦੇ, ਪਤਾ ਨਹੀਂ ਕੀ ਕੋ ਕਰੀ ਫਿਰਦੇ। ਉਹ ਖਾਂਦੇ ਵੀ ਘੱਟ ਆ, ਕਿਉਂਕਿ ਕਹਿੰਦੇ ਆ ਕਿ ਖਾਣ ਦੇ ਨਾਲ ਜ਼ਿਆਦਾ ਖਾਵਾਂਗੇ ਅਸੀਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਧਦਾ ਹੈ। ਬਸ ਉਹ ਖਾਂਦੇ ਵੀ ਘੱਟ ਆ। ਪਰ ਉਹ ਨਹੀਂ ਸਮਝਦੇ ਕਿ ਇਹ ਤੇਰੇ ਤਨ ਦਾ ਦੋਸ਼ ਨਹੀਂ, ਇਹ ਤੇਰੇ ਮਨ ਦਾ ਦੋਸ਼ ਆ। ਕਿਉਂਕਿ ਦੋਸ਼ ਮੰਨਦਾ ਵਾ, ਔਰ ਤੂੰ ਉੱਥੇ ਸਟੀਅਰਿੰਗ ਨੂੰ ਕਹਿੰਦਾ ਫਿਰਦਾ ਵਾ, ਕਿਤੇ ਟਾਇਰ ਨੂੰ ਕੁਛ ਕਹਿਣ ਦਿਆਂ ਵਾ, ਕਿਤੇ ਲਾਈਟਾਂ ਨੂੰ ਕੁਛ ਕਹਿਣ ਦਿਆਂ ਵਾ, ਤੇ ਉਹ ਤੇ ਗੱਲ ਨਹੀਂ ਬਣੇਗੀ। ਕਿਉਂਕਿ ਦੋਸ਼ ਜਿਹੜਾ ਹੈਗਾ, ਡਰਾਈਵਰ ਜਿਹੜਾ ਸੀਟ ਤੇ ਬੈਠਾ ਵਾ, ਉਹਦੇ ਹੱਥ 'ਚ ਇੱਕ ਨਾ ਉਹ ਗੜਬੜ ਕਰ ਰਿਹਾ। ਗੋਰਖੀ ਸਾਹਿਬ, ਇੱਕ ਮੈਂ ਇੱਧਰ ਜਿਹੜਾ ਨਾ ਇਸ ਮੁਲਕਾਂ ਦੇ ਵਿੱਚ ਜਿਹੜਾ ਹੈਗਾ, ਆਪਣੇ ਅਮਰੀਕਾ ਤੇ ਕੈਨੇਡਾ, ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਨਾ ਐਕਚੁਅਲੀ ਕੀ ਆ ਕਿ ਇਹ ਮੈਟਰ ਦੀ ਦੌੜ ਇੰਨੀ ਜ਼ਿਆਦਾ ਆ, ਔਰ ਇਨਸਾਨ ਜਿਹੜਾ 24/7 ਔਰ ਫੁਰਸਤ ਨਹੀਂ, 24 ਘੰਟੇ ਇਨਵਾਲਵ ਹੈ ਇਹਦੇ ਵਿੱਚ। ਅਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਇਹਦੇ ਅੰਦਰ ਜਿਹੜੀ ਹੈਗੀ ਆ ਇੰਨੀ ਜ਼ਿਆਦਾ ਅਸ਼ਾਂਤੀ ਆ ਜਾਂਦੀ ਹੈ, ਉਹ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਚੈਨ ਨਹੀਂ ਹੈਗਾ ਮਨ ਦੇ ਵਿੱਚ, ਉਹਦੇ ਅੰਦਰ ਸ਼ਾਂਤੀ ਨਹੀਂ। ਅਤੇ ਫਿਰ ਕੀ ਕਰਦੇ ਆ ਡਾਕਟਰ, ਉਹ ਜਿਹੜੇ ਸਾਈਕੈਟ੍ਰਿਕ, ਉਹਨਾਂ ਦੇ ਕੋਲ ਜਾਂਦੇ ਆ ਇਹ ਲੋਕ, ਬਈ ਇਹ ਜਿਹੜਾ ਹੈਗਾ ਉਹਦੇ ਵਾਸਤੇ ਫਿਰ ਕੀ ਕਰਦੇ, ਉਹ ਨੀਂਦ ਦੀ ਦਵਾਈ ਦੇ ਦਿੰਦੇ, ਉਹ ਤਨ ਦੀ ਦਵਾਈ ਦੇ ਦਿੰਦੇ ਆ। ਬਸ ਤਨ ਦੀ ਦਵਾਈ ਲੈਣ ਦੇ ਨਾਲ ਫਿਰ ਨਾ ਉਹਨਾਂ ਦਾ ਖਾਣ 'ਤੇ ਕੰਟਰੋਲ ਆ, ਬਸ ਸੁੱਤੇ ਰਹਿੰਦੇ ਆ, ਖਾਈ ਜਾਂਦੇ ਆ, ਉਹ ਫਿਰ ਜਿਹੜਾ ਫੁੱਲ ਜਾਂਦੇ ਆ, ਬਿਲਕੁਲ ਫੁੱਲ ਕੇ ਕੁੱਪਾ ਹੋ ਜਾਂਦਾ। ਉਹ ਬਿਮਾਰੀ ਫਿਰ ਵੀ ਨਹੀਂ ਜਾਂਦੀ। ਉਹ ਐਕਚੁਅਲ ਟਰਬਲ ਜਿਹੜੀ ਹੈਗੀ ਉਹ ਮੰਨਦੀ ਹੈਗੀ, ਉਹ ਤਨ ਨੂੰ ਜਿਹੜਾ ਹੈਗਾ ਤੋ ਇਲਾਜ ਤਨ ਦਾ ਕਰੀ ਜਾ ਰਹੇ। ਹਾਂਜੀ ਵੀਰ ਜੀ। 'ਚ। 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 'ਚ।
ਇਹ ਉਹ ਬਾਣੀ ਚ ਤੁਕ ਆਉਂਦੀ ਨਾ ਕਿ ਤਨ ਧੋਤਿਆਂ ਮਨ ਅੱਛਾ ਨਾ ਹੋਵੇ। ਕਿ ਤੂੰ ਤਨ ਨੂੰ ਧੋਣਾ ਹੈ ਤੇ ਮਨ ਅੱਛਾ ਨਹੀਂ ਹੁੰਦਾ। ਹੁਣ ਦਵਾਈ ਜਿਹੜੀ ਆ ਉਹ ਮਨ ਨੂੰ ਦੇਣੀ ਆ, ਉਹ ਤਨ ਨੂੰ ਦੇਈ ਜਾਂਦੇ। ਬਿਲਕੁਲ ਇਸ ਤਰ੍ਹਾਂ ਹੀ ਆ, ਬਿਲਕੁਲ ਇਸ ਤਰ੍ਹਾਂ ਹੀ। ਔਰ ਫਿਰ ਕਹੋ ਤੇ ਉਹ ਮੰਨਦੇ ਨਹੀਂ ਆ, ਬਸ ਉਹ ਆਪਣੀ ਚਲਾਉਂਦੇ ਆ ਸਾਰੇ। ਉਹ ਕਹਿੰਦੇ ਜੀ ਡਾਕਟਰ ਐਵੇਂ ਹੀ ਆ, ਸਾਈਕੈਟ੍ਰਿਕ ਐਵੇਂ ਹੀ ਹੈਗੇ, ਲਓ ਕਰੀ ਜਾਓ ਫਿਰ। ਔਰ ਫਿਰ ਸ਼ੂਗਰ ਵੀ ਹੋ ਜਾਣੀ ਹੈ, ਬਲੱਡ ਪ੍ਰੈਸ਼ਰ ਵੀ ਹੋ ਜਾਣਾ, ਵਜਨ ਵੱਧ ਗਿਆ, ਬਹੁਤ ਜ਼ਿਆਦਾ ਵਜਨ ਵਧੀ ਜਾ ਰਿਹਾ ਇਨਸਾਨ ਦਾ। ਹਾਂ ਨਿਜਰ ਸਾਹਿਬ, ਬਾਅਦ ਦੇ ਵਿੱਚ ਪਤਾ ਕਿ ਜਿਹੜੇ ਇਹ ਮਾਨਸਿਕ ਬਿਮਾਰਾਂ ਦਾ ਇਲਾਜ ਕਰਦੇ, ਇਹ ਮੁੜ ਕੇ ਇਹ ਵੀ ਆਪ ਬਿਮਾਰ ਹੋ ਜਾਂਦੇ ਲੋਕਾਂ ਦੀ ਬਕਵਾਸ ਸੁਣ ਸੁਣ ਕੇ। ਇਹ ਸੱਚ ਆ। ਇਹ ਸਿਗਮੰਡ ਫਰਾਡ ਤੇ ਕਾਰਲ ਯੰਗ ਹੋਏ ਨੇ ਬੜੇ ਵੱਡੇ। ਇਹ ਦਿਮਾਗ ਪੜ੍ਹਦੇ ਸੀ ਲੋਕਾਂ ਦਾ, ਇਹਨਾਂ ਨੇ ਕਿਤਾਬਾਂ ਲਿਖੀਆਂ। ਅਸਲ ਫਾਊਂਡਰ ਇਹ ਲੋਕ ਨੇ। ਇਹ ਮੈਕਦੁਗਲ ਹੋਇਆ, ਏਰਾ ਵਗੈਰਾ, ਇਹਨਾਂ ਲੋਕਾਂ ਨੇ ਬਹੁਤ ਡਿਸਕਵਰੀ ਕੀਤੀ ਹੈ। ਮੁੜ ਕੇ ਇਹ ਬਿਮਾਰਾਂ ਦੇ ਨਾਲ ਰਹਿੰਦੇ ਹੁੰਦੇ ਸੀ। ਉਹਨਾਂ ਦੀ ਬਕਵਾਸ ਸੁਣ 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 ਕੇ ਇੱਕ ਸਮਾਂ ਆਇਆ ਇਹ ਖੁਦ ਬਿਮਾਰ ਹੋ ਗਏ। ਇਹਨਾਂ ਨੂੰ ਪਾਗਲਪਨ ਆਉਣ ਡਿਆ ਪਿਆ। ਕਿਉਂ? ਦੇਖੋ ਪਤਾ ਕੀ ਹੈ ਕਿ ਜਿਹੜਾ ਕੋਈ ਵੀ ਚੀਜ਼ ਆ ਉਹ ਰੈਸਟ ਮੰਗਦਾ, ਉਹਨੂੰ ਰੈਸਟ ਚਾਹੀਦੀ ਹੈ। ਤੁਸੀਂ ਕੋਈ ਵੀ ਚੀਜ਼ ਏਦਾਂ ਦੀ ਲਿਆਓ ਜਿਹੜੀ ਸੋਚੋ ਕਿ ਉਹਨੂੰ ਰੈਸਟ ਨਾ ਮਿਲੇ, ਉਹ ਅੱਜ ਨਹੀਂ ਤੇ ਕੱਲ ਨੂੰ ਬਹੁਤ ਛੇਤੀ ਖਰਾਬ ਹੋ ਜਾਣੀ। ਮਨ ਵੀ ਜਿਹੜਾ ਤੁਹਾਡਾ ਸਹੀ ਤਰ੍ਹਾਂ ਕਿਉਂ ਨਹੀਂ ਕੰਮ ਕਰ ਪਾਉਂਦਾ? ਕਿਉਂਕਿ ਵਿਚਾਰੀ ਨੂੰ ਰੈਸਟ ਹੀ ਨਹੀਂ ਮਿਲਦੀ। ਰੈਸਟ ਮਿਲਣ ਦੇ ਲਈ ਆਹ ਕਹਿੰਦੇ ਨੇ ਮੁੰਦਰਾਂ ਪਾਓ। ਜਿੰਨਾ ਚਿਰ ਤੱਕ ਤੁਸੀਂ ਉਹਨੂੰ ਮੌਨ ਦੀਆਂ ਮੁੰਦਰਾਂ ਨਹੀਂ ਨਾ ਪਾਉਂਦੇ, ਉਹਨਾਂ ਚਿਰ ਤੱਕ ਵਿਚਾਰਾ ਦੁਖੀ ਰਹੇਗਾ, ਪਰੇਸ਼ਾਨ ਰਹੇਗਾ। ਔਰ ਇਹਨੂੰ ਸੁਖੀ ਕਰਨ ਦਾ ਇੱਕੋ ਹੀ ਤਰੀਕਾ ਹੈਗਾ ਧਿਆਨ ਸਿਮਰਨ। ਜਦੋਂ ਮਨ ਸ਼ਾਂਤ ਹੋ ਗਿਆ ਨਾ, ਇਹ ਸੰਸਾਰ ਦੇ ਅੰਦਰ ਜਿਹੜੀ ਤੈਨੂੰ ਅਸ਼ਾਂਤੀ ਨਜ਼ਰ ਆਉਂਦੀ ਉਹ ਆਪਣੇ ਆਪ ਹੀ ਪਤਾ ਲੱਗ ਜਾਣਾ ਉਹਦੇ ਬਾਰੇ। ਹੁਣ ਨਿਜਰ ਸਾਹਿਬ ਕਹਿੰਦੇ ਨੇ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੇ ਪਤਾ ਕੀ ਕੀਤਾ ਹੈ। ਆਪ ਜਸਟ ਸੋਚੋ, ਸਾਡੇ ਕੋਈ ਕਾਰ ਹੋਵੇ, ਮੈਂ ਉਹਨੂੰ ਭਜਾ ਲਾਂ, ਉਹਨੂੰ ਭਜਾਈ ਜਾਵਾਂ, ਸਪੀਡ ਚੁੱਕੀ ਜਾਵਾਂ, ਬਾਅਦ ਦੇ ਵਿੱਚ ਮੈਂ ਬ੍ਰੇਕ ਲਾਉਣ ਦੀ ਕੋਸ਼ਿਸ਼ ਕਰਾਂ, ਮੁੜ ਕੇ ਬ੍ਰੇਕ ਹੀ ਨਾ ਲੱਗੇ, ਫਿਰ ਪੈ ਗਿਆ ਨਾ ਪੰਗਾ। ਇਹਨਾਂ ਲੋਕਾਂ ਨੇ ਕੀ ਕੀਤਾ ਕਿ ਪੈਸੇ ਦੀ ਦੌੜ ਦੇ ਵਿੱਚ ਇੰਨੀ ਜ਼ਿਆਦਾ ਗੱਡੀ ਭਜਾ ਲਈ ਆ, ਹੁਣ ਬ੍ਰੇਕ ਨਹੀਂ ਵੱਜਣ ਦੀ ਉਹਨਾਂ ਕੋਲ। ਉਦੋਂ ਤੇ ਲਾਲਚ ਸੀ ਕਿ ਪੈਸਾ ਆਉਂਦੇ ਚ ਮਨ ਦੇ ਅੰਦਰ ਚਿੰਤਨ ਕੀਤਾ, ਇੰਨਾ ਜ਼ਿਆਦਾ ਦਿਨ ਰਾਤ ਚਿੰਤਨ ਕੀਤਾ, ਸੌਂਦਿਆਂ, ਖਾਂਦਿਆਂ, ਪੀਂਦਿਆਂ, ਬੈਠਿਆਂ, ਕੇਵਲ ਚਿੰਤਨ। ਔਰ ਇੰਨਾ ਜ਼ਿਆਦਾ ਚਿੰਤਨ ਕੀਤਾ ਗਿਆ, ਫਿਰ ਹਾਰ ਕੇ ਅੰਦਰ ਉਹਦੀ ਅਸ਼ਾਂਤੀ ਵੱਧਦੀ ਗਈ। ਹੁਣ ਕੋਈ ਵੀ ਚੀਜ਼ ਆ ਭਾਜੀ, ਉਹਦੀ ਕਪੈਸਿਟੀ ਆ, ਉਹ ਕਪੈਸਿਟੀ ਤੋਂ ਵੱਧ ਤੁਸੀਂ ਜਦੋਂ ਕੰਮ ਲਓਗੇ ਉਹ ਚੀਜ਼ ਨੇ ਗਰਮ ਹੋ ਜਾਣਾ। ਉਹ ਹਿਸਾਬ ਸਾਡਾ ਅੰਦਰ ਦਾ। ਅੰਦਰ ਜਦੋਂ ਚਿੱਤ ਨੂੰ ਅਸੀਂ ਬਾਰ-ਬਾਰ ਉਹਨੂੰ ਗਰਮ ਕਰੀ ਜਾਵਾਂਗੇ, ਇੱਕ ਸਮਾਂ ਆਊਗਾ ਉਹਦੇ ਅੰਦਰ ਬਹੁਤ ਅਸ਼ਾਂਤੀ ਪੈਦਾ ਹੋਈ ਨਹੀਂ। ਮੁੜ ਕੇ ਉਹਨੂੰ ਹੈਂਡਲ ਕਰਨਾ ਬਹੁਤ ਔਖਾ। ਸੋ ਇਸ ਲਈ ਆਪਾਂ ਨੂੰ ਗੱਡੀ ਦੀ ਬ੍ਰੇਕ ਨਾਲ ਰੱਖਣੀ ਪਊਗੀ। ਗੱਡੀ ਦੀ ਬ੍ਰੇਕ ਹੈਗੀ ਧਿਆਨ ਸਿਮਰਨ। ਧਿਆਨ ਦਾ ਮਤਲਬ ਹੀ ਬ੍ਰੇਕ ਮਾਰਨਾ ਹੈ। ਹੋਰ ਧਿਆਨ ਦਾ ਕੋਈ ਕੰਮ ਨਹੀਂ ਆ। ਮਨ ਦਾ ਹੈ ਧਿਆਨ ਦਾ ਮਤਲਬ ਹੈ ਮਨ ਨੂੰ ਜਿਹੜਾ ਹੈਗਾ, ਮਨ ਦੇ ਰੋਗ ਕੱਢਣੇ, ਬਈ ਮਨ ਨੂੰ ਨਿਰੋਗ ਕਰਨਾ ਹੈ ਉਹਨੇ। ਹਾਂ, ਧਿਆਨ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਜਿਹੜੀ ਗੱਡੀ ਬਹੁਤ ਤੇਜ਼ ਭਜਾਲੀ ਉਹਨੂੰ ਬੰਦ ਕਰ ਦਿਓ। ਬਿਲਕੁਲ। ਉਹਨੂੰ ਉਦੋਂ ਚਲਾਓ ਜਦੋਂ ਲੋੜ ਹੈ ਬਸ। ਹਾਂ, ਨਹੀਂ ਤਾਂ ਜਿਹੜੀ ਹੈ ਤੁਹਾਡੀ ਗੱਡੀ ਜਿਹੜੀ ਹੈਗੀ ਬੰਦ ਹੋਣੀ ਨਹੀਂ ਆ। ਉਹ ਐਸੀ ਜਿਹੜੀ ਹੈਗੀ ਉਹਦੀ ਸਟਾਪ ਕਰਨ ਦਾ, ਉਹਦੀ ਗੱਡੀ ਜਿਹੜੀ ਹੈਗੀ ਉਹਨੇ ਬੰਦ ਹੀ ਨਹੀਂ ਹੁੰਦੀ ਗੱਡੀ। ਚਾਹੇ ਜੋ ਮਰਜ਼ੀ ਕਰ ਲਓ, ਗੱਡੀ ਨਹੀਂ ਬੰਦ ਹੁੰਦੀ। ਹਾਂ, ਉਹਦੀ ਗੱਡੀ ਫਿਰ ਜਦੋਂ ਭਜਾ ਲਈ ਤੇ ਫਿਰ ਇੰਨੀ ਤੇਜ਼। ਹੁਣ ਸ਼ੁਰੂ ਚ ਤੁਸੀਂ ਧਿਆਨ ਸਿਮਰਨ ਚ ਬਹਿੰਦੇ ਜੋ ਤੇ ਤੁਸੀਂ ਸੋਚਦੇ ਵਿਚਾਰ ਬਹੁਤ। ਅਸਲ ਦੇ ਵਿੱਚ ਉਹ ਜਿੰਨੇ ਵੀ ਵਿਚਾਰ ਤੁਸੀਂ ਖੁਦ ਹੀ ਉਹਨਾਂ ਨੂੰ ਘੁਮਾਇਆ ਅੰਦਰ। ਹੁਣ ਜਦੋਂ ਲਗਾਤਾਰ ਇੱਕ ਚੀਜ਼ ਨੂੰ ਘੁਮਾਈ ਜਾਂਦੇ, ਸਪੀਡ ਵੱਡੀ ਕਰੀ ਜਾਂਦੇ ਆ, ਫਿਰ ਉਹ ਸਾਡੇ ਸਾਹਮਣੇ ਚੀਜ਼ ਪੈਦਾ ਹੁੰਦੀ ਹੈ। ਇਹ ਕੁਦਰਤੀ ਨਿਯਮ ਹੈ। ਹਾਂਜੀ ਨਜਰ ਸਾਹਿਬ, ਇਹ ਤੁਕ ਪੜ੍ਹ ਲਓ ਅਗਲੀ। ਹਾਂਜੀ, ਐਸਾ ਜੋਗ ਕਮਾਓ ਜੋਗੀ, ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖੇ ਭੋਗੀ। ਕਹਿੰਦੇ ਸਾਰਾ ਜਪ ਤਪ ਸੰਜਮ ਤੇਰੇ ਕੋਲ ਸਾਰਾ ਆ ਗਿਆ। ਇਹ ਜਿਹੜਾ ਭਗਤੀ ਮਾਰਗ ਦੇ ਉੱਤੇ ਤੂੰ ਪਰਫੈਕਟ ਹੋ ਗਿਆ, ਐਕਸਪਰਟ ਹੋ ਜਾਏਗਾ ਗੁਰੂ ਦੇ ਰਾਹੀਂ। ਜੇ ਤੂੰ ਜਿਹੜਾ ਹੈਗਾ ਇਹ ਗ੍ਰਸਤੀ ਹੁੰਦੇ ਹੋਏ ਵੀ ਜਿਹੜਾ ਹੈਗਾ ਤੂੰ ਇਸ ਤਰੀਕੇ ਦੇ ਨਾਲ ਆਹ ਜੋਗੀ, ਇਸ ਤਰ੍ਹਾਂ ਦਾ ਜੋਗੀ ਬਣ ਜਾਏਗਾ, ਇਹ ਧਿਆਨ ਸਿਮਰਨ ਕਰਨਾ ਸ਼ੁਰੂ ਕਰ ਦੇਂਗਾ, ਦਇਆ ਰੱਖੇਗਾ, ਤੇ ਭਾਈ ਤੂੰ ਜਿਹੜਾ ਹੈਗਾ ਇਹ ਜਪ ਤਪ ਸੰਜਮ ਵਾਲਾ, ਇਹ ਜਿਹੜਾ ਹੈਗਾ ਅਸਲੀ ਜੋਗੀ ਤੂੰ ਬਣੇਗਾ। ਪਰਮਾਤਮਾ ਦੇ ਨਾਲ ਜੁੜ ਜਾਏਗਾ ਤੂੰ ਮਾਲਕ ਪਰਮਾਤਮਾ ਦੇ ਨੇੜੇ ਹੁੰਦਾ ਜਾਏਗਾ। ਤੇਰੇ ਅੰਦਰ ਗੁਣ ਆਈ ਜਾਣੇ ਆ। ਰਹਾਓ
ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਕਹਿੰਦੇ ਇਦਾਂ ਦਾ ਜੋਗ ਕਮਾਓ। ਹਾਂ। ਕਿੱਦਾਂ ਦਾ ਜੋਗ? ਕਹਿੰਦੇ ਆ ਕਿ ਪਹਿਲੀ ਗੱਲ ਤੇ ਮੌਨ ਧਾਰੋ। ਜਿਹੜਾ ਮੌਨ, ਮਨ ਦਾ ਮੌਨ। ਕਦੇ ਇਹ ਨਾ ਸੋਚੀ ਕਿ ਮੂੰਹ ਬੰਦ ਕਰ ਲੇਗਾ ਤੇ ਮੌਨ ਹੋ ਜਾਊਗਾ। ਫਿਰ ਉਹ ਕਹਿੰਦੇ ਨਾ ਕਿ ਚੁੱਪੇ ਚੁੱਪ ਨਾ ਹੋਵੇ। ਕਈ ਲੋਕ ਜਿਹੜੇ ਚੁੱਪ ਰਹਿੰਦੇ ਨੇ, ਉਹ ਕੋਸ਼ਿਸ਼ ਕਰਦੇ ਨੇ ਕਿ ਸ਼ਾਇਦ ਮੌਨ ਹੋਇਆ ਸਾਡਾ ਜਿਹੜਾ ਵਾ ਮਨ ਸ਼ਾਂਤ ਹੋ ਜਾਊਗਾ, ਪਰ ਮਨ ਨੇ ਕਿੱਥੋਂ ਸ਼ਾਂਤ ਹੋਣਾ? ਚੁੱਪ ਹੁੰਦਾ ਕੀ ਕਨੈਕਸ਼ਨ ਹੈ ਉਹਦਾ? ਕੋਈ ਕਨੈਕਸ਼ਨ ਨਹੀਂ ਉਹਦਾ। ਹੁਣ ਇੰਦਰੀ ਦਾ ਕਨੈਕਸ਼ਨ ਕੀ ਹੈ? ਇੰਦਰੀਆਂ ਨੂੰ ਹੁਣ ਕਈਆਂ ਨੇ ਅੱਖਾਂ ਦੇ ਵਿੱਚ ਕੁਝ ਮਾਰ ਲਿਆ ਸੀ ਤੇ ਉਹਦੇ ਨਾਲ ਅੰਦਰ ਦਾ ਜਿਹੜਾ ਦਰਪਣ ਆ ਉਹ ਤੇ ਨਹੀਂ ਨਾ ਸ਼ਾਂਤ ਹੋਣਾ ਨਾ, ਇਹ ਤੇ ਬਾਹਰ ਆ। ਬਿਲਕੁਲ ਠੀਕ ਹੈ। ਫਿਰ ਕਹਿੰਦੇ ਕਿ ਐਸਾ ਜੋ ਕਮਾਵੇ ਜੋਗੀ। ਕਹਿੰਦੇ ਕਮਾਵੋ ਜੋਗੀ। ਕਹਿੰਦੇ ਜੋਗੀ ਤੂੰ ਜਿਹੜਾ ਜੋਗ ਕਮਾਉਂਦੇ ਆ ਨਾ ਉਹਨੂੰ ਛੱਡ, ਪਹਿਲਾਂ ਜੋਗ ਕਮਾ। ਬਿਲਕੁਲ। ਇਹਦੇ ਵਿੱਚ ਜਿਹੜਾ ਸਾਰਾ ਕੁਝ ਤੈਨੂੰ ਚਾਹੀਦਾ, ਖਿੰਥਾ ਤੇਰੀ ਇਦਾਂ ਦੀ ਚਾਹੀਦੀ ਆ ਕਿ ਇਹਨੂੰ ਬਾਰ-ਬਾਰ ਸੀ ਔਰ ਇਹਨੇ ਏਦਾਂ ਸੀਂਦਾ ਜਾ, ਇੰਦਾ ਸੀਂਦਾ ਜਾ ਤੇ ਇੱਕ ਦਿਨ ਆਵੇ ਇਹਦੇ ਵਿੱਚ ਕੁਝ ਬਾਹਰ ਨਾ ਜਾਵੇ। ਠੀਕ ਹੈ। ਉਹਦਾ ਮਤਲਬ ਇਹ ਹੋਵੇ ਕਿ ਤੇਰੀ ਚੇਤਨਾ ਸਵੈ ਵਿੱਚ ਅਸਤ ਹੋ ਜੇ ਤੇ ਤੂੰ ਉਸ ਪਰਮ ਅਵਸਥਾ ਵਿੱਚ ਸਥਿਰ ਹੋ ਜੇ ਜਿਹਨੂੰ ਜਾਣਨ ਵਾਸਤੇ, ਜਿਹਨੂੰ ਅਨੁਭਵ ਕਰਨ ਵਾਸਤੇ ਤੇਰਾ ਜੀਵਨ ਹੋਇਆ। ਠੀਕ ਹੈ ਜੀ ਨਜਾ ਸਾਹਿਬ, ਅਗਲੀ ਤੁਕ ਬੋਲੋ। ਬੁੱਧ ਵਿਭੂਤ ਜਪ ਤਪ ਸੰਜਮ ਗੁਰਮੁਖ ਭੋਗੀ। ਕਹਿੰਦੇ ਆ ਜਪ ਤਪ ਸੰਜਮ ਸਾਰੇ ਆ ਜਾਣਗੇ ਤੇਰੇ ਅੰਦਰ, ਤੇ ਜੇ ਤੂੰ ਜਿਹੜਾ ਹੈਗਾ ਗੁਰਮੁਖ ਸਿਸਟਮ ਹੈਗਾ, ਬ੍ਰਹਮ ਗਿਆਨ ਹੈਗਾ, ਜੇ ਇਸ ਤਰ੍ਹਾਂ ਬ੍ਰਹਮ ਗਿਆਨ ਦੇ ਅਨੁਸਾਰ ਗ੍ਰਸਤੀ ਹੁੰਦਾ ਹੋਇਆ ਵੀ ਜਿਹੜਾ ਹੈਗਾ ਜੋਗੀ ਬਣੇਗਾ, ਗ੍ਰਸਤੀ ਹੁੰਦਾ ਹੋਇਆ ਵੀ ਜਿਹੜਾ ਹੈਗਾ ਨਿਰਲੇਪ ਰਹੇਗਾ, ਇਸ ਤਰੀਕੇ ਦੇ ਨਾਲ ਰਹਾਓ। ਤੇਰੀ ਗੱਡੀ ਜਿਹੜੀ ਹੈ ਨਾ ਬਿਲਕੁਲ ਮਿਨੀਮਮ ਪੈਟਰੋਲ ਖਾਊਗੀ, ਬਿਲਕੁਲ ਮਾਇਆ ਜਿਹੜੀ ਪਦਾਰਥ ਜਿਹੜੇ ਹੈਗੇ ਤੂੰ ਨੀਡ ਦੇ ਅਨੁਸਾਰ ਆ ਜਾਏਗਾ, ਜ਼ਰੂਰਤ ਤੇ ਆ ਜਾਏਗਾ। ਰਹਾਓ। ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ। ਦੇਖ ਲਓ ਹੁਣ ਕਹਿੰਦੇ ਆ ਉੱਪਰ ਦੱਸਿਆ ਸੀਗਾ ਪੱਤਰ ਕਾ ਕਰੋ ਵਿਚਾਰ ਰੇ, ਉੱਥੇ ਵਿਚਾਰ ਦਿੱਤਾ ਸੀਗਾ, ਵਿਚਾਰ ਕਰਨਾ ਹੈ ਆਪਾਂ ਨੇ। ਜੋ ਗੁਰਬਾਣੀ ਹੈਗੀ ਜਾਂ ਕਹਿ ਲਓ ਜੋ ਬਚਨ ਹੈਗੇ ਆ, ਜੋ ਜਿਹੜੀ ਹੈਗੀ ਆ ਬ੍ਰਹਮ ਗਿਆਨ ਹੈਗਾ, ਉਹਦਾ ਵਿਚਾਰ ਕਰਨਾ ਹੈ। ਹੁਣ ਇੱਥੇ ਜਿਹੜਾ ਹੈਗਾ ਕਹਿ ਰਿਹਾ ਬੁੱਧ ਵਿਭੂਤ ਚੜਾਵੋ ਆਪਣੀ, ਇਹਦਾ ਮਤਲਬ ਵਿਚਾਰ ਤੋਂ ਬੁੱਧੀ ਅਲੱਗ, ਬੁੱਧੀ ਦੇ ਦੁਆਰਾ ਵਿਚਾਰ ਕਰਨਾ ਹੈ। ਕਹਿੰਦੇ ਬੁੱਧ ਵਿਭੂਤ, ਕਹਿੰਦੇ ਬੁੱਧੀ ਜਿਹੜੀ ਹੈਗੀ ਵਿਵੇਕ ਬੁੱਧੀ ਤੇਰੀ, ਇਹਦੀ ਵਿਭੂਤੀ ਲੈਣੀ ਪਊਗੀ। ਜਿਵੇਂ ਜੋਗੀ ਲੋਕ ਸੁਆਹ ਮਾਰ ਲੈਂਦੇ ਸੀਗੇ, ਕਬਰਸਤਾਨ ਦੀ ਸੁਆਹ ਲਿਆ ਕੇ ਮਾਰ ਲੈਂਦੇ ਸੀ ਬਈ ਸਾਡਾ ਸਰੀਰ ਜਿਹੜਾ ਹੈਗਾ ਇਹ ਸਰੀਰ ਸੁਆਹ ਹੈਗਾ, ਸਾਨੂੰ ਯਾਦ ਰਹੇ। ਕਹਿੰਦੇ ਬੁੱਧੀ ਵਿਵੇਕ ਬੁੱਧੀ ਜਿਹੜੀ ਹੈਗੀ ਇਹ ਆ ਸੁਆਹ। ਚੜਾਵੋ ਆਪਣੀ, ਇਹ ਵਿਭੂਤੀ ਚੜਾ ਆਪਣੇ ਪੂਰੇ ਸਰੀਰ ਤੇ, ਮਾਲੇ ਨੂੰ ਬੁੱਧੀ ਰੱਖ, ਵਿਵੇਕ ਬੁੱਧੀ ਗੁਰੂ ਵਾਲੀ, ਆਪਣੀ ਮਨ ਮਤ ਨਾ ਚਲਾ। ਇੱਥੇ ਸਿੰਘੀ ਸੁਰਤ ਮਿਲਾਈ। ਉਹ ਜੋਗੀ ਲੋਕ ਕੀ ਕਰਦੇ ਸੀ? ਸਿੰਘੀ ਵਜਾਉਂਦੇ ਸੀਗੇ, ਸਿੰਘ ਵਜਾਉਂਦੇ ਸੀਗੇ। ਕਹਿੰਦੇ ਨਹੀਂ, ਦੇਖ ਸੁਰਤ ਜਿਹੜੀ ਹੈਗੀ ਤੇਰੀ ਮਨ ਦੀਆਂ ਲੱਤਾਂ ਜਿਹੜੀਆਂ ਹੈਗੀਆਂ ਸੁਰਤ ਹੈਗੀ। ਮਨ ਨੇ ਸੁਰਤ ਦੇ ਹਿਸਾਬ ਦੇ ਨਾਲ ਚੱਲਣਾ ਹੈਗਾ, ਸੁਰਤ ਦੇ ਨਾਲ ਸੁਰਤ ਨੇ ਮਨ ਨੂੰ ਲੈ ਕੇ ਜਾਣਾ ਹੈ। ਨਹੀਂ ਤਾਂ ਸੁਰਤ ਜਿਹੜਾ ਹੈਗਾ, ਸੋਚ ਬੰਦ ਕਰ ਦੋ, ਮਨ ਅੰਨਾ ਹੋ ਗਿਆ, ਖਤਮ, ਮਨ ਖਤਮ, ਮਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਫਿਰ ਜੇ ਸੁਰਤ ਬੰਦ ਕਰ ਦੋ, ਸੁਰਤ ਨੂੰ ਖਿੱਚ ਲਓ, ਬਸ ਵਿਚਾਰ ਨੂੰ ਬੰਦ ਕਰ ਦੋ, ਮਨ ਗਿਆ। ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ। ਸੁਰਤ ਨੂੰ ਮਿਲਾ ਪਰਮਾਤਮਾ ਦੇ ਨਾਲ, ਸੁਰਤ ਨੂੰ ਆਤਮਾ ਦੇ ਵਿੱਚ ਲੀਨ ਕਰ ਦੇ, ਇਹ ਮਨ ਦੇ ਵਿੱਚੋਂ ਦੀ ਲੰਘਾ ਦੇ ਉਹਨੂੰ ਸੁਰਤ ਨੂੰ। ਹਾਂਜੀ ਵੀਰ ਜੀ। ਇੱਕ ਲਾਈਨ ਹੋਰ, ਕਰ ਵੈਰਾਗ ਫਿਰੋਂ ਤਨ ਨਗਰੀ, ਮਨ ਕੀ ਕਿੰਗਰੀ ਬਜਾਈ। ਵੈਰਾਗ ਕੀ ਆ? ਕਿ ਆਪਣੇ ਅੰਦਰ ਆਪਣੀ ਨਗਰੀ ਦੇ ਵਿੱਚ ਫਿਰਨਾ ਹੈ। ਫਿਰਨਾ ਕੀ ਮਤਲਬ? ਵੀ ਆਪਣੇ ਔਗੁਣ ਦੇਖਣੇ ਆ। ਕਰ ਵੈਰਾਗ, ਵੈਰਾਗ ਹੋ ਜਾਏਗਾ, ਪਰਮਾਤਮਾ ਦੇ ਨਾਲ ਖਿੱਚ ਪੈਦਾ ਹੋ ਜਾਏਗੀ। ਫਿਰੋਂ ਤਨ ਨਗਰੀ, ਮਨ ਕੀ ਕਿੰਗਰੀ ਬਜਾਈ। ਔਰ ਮਨ ਦੀ ਕਿੰਗਰੀ ਵਜਾਉਣੀ ਹੈ ਭਾਈ, ਮਨ ਦੀ ਕਿੰਗਰੀ ਵੱਜਣੀ ਹੈ। ਇਹ ਬਾਹਰ ਵਜਾਉਂਦਾ ਸੀ, ਤੇਰੇ ਅੰਦਰ ਆਟੋਮੈਟਿਕਲੀ ਅਨਹਦ ਸ਼ਬਦ ਵੱਜਣ ਲੱਗ ਪੈਣੇ ਤੇਰੇ ਅੰਦਰ। ਹਾਂਜੀ ਵੀਰ ਜੀ। ਠੀਕ ਹੈ ਜੀ। ਕਹਿੰਦੇ ਆ ਕਿ ਜਪ ਤਪ ਸੰਜਮ ਗੁਰਮੁਖ ਭੋਗੀ। ਚਲੋ ਠੀਕ ਹੈ, ਜਪ ਤਪ ਸੰਜਮ। ਕਹਿੰਦੇ ਐਸਾ ਜੋ ਕਮਾਓ ਜੋਗੀ। ਠੀਕ ਹੈ।
ਤੇ ਫਿਰ ਉਹਦੇ ਚ ਜਿਹੜਾ ਏਦਾਂ ਦਾ ਜੋ ਕਮਾਜੇ ਚ ਜਪ ਤਪ ਹੋਵੇ, ਸੰਜਮ ਹੋਵੇ ਤੇ ਗੁਰਮੁਖ ਭੋਗੀ। ਇਹ ਆਪਣੇ ਗੁਰਮੁਖ ਤੇ ਸਾਰਾ ਦਾ ਸਾਰਾ ਜਿਹੜਾ ਹੈਗਾ ਕੀ ਵਰਡ ਗੁਰਮੁਖ ਹੈਗਾ। ਕਹਿੰਦੇ ਜੇ ਤੂੰ ਗੁਰੂ ਦੇ ਅਨੁਸਾਰ ਚੱਲ ਪਿਆ ਤੇ ਜਪ ਤਪ ਸੰਜਮ ਸਾਰੇ ਆ ਜਾਣਗੇ। ਔਰ ਭੋਗੀ ਦਾ ਮਤਲਬ ਗ੍ਰਸਤੀ ਹੁੰਦਾ ਹੋਇਆ ਵੀ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਜੋਗੀ ਬਣ ਜਾਏਗਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਕਹਿੰਦੇ ਕਿ ਤੂੰ ਪਾਣੀ ਛੱਡ ਕੇ ਨਹੀਂ ਭੱਜਣਾ। ਜਿੱਦਾਂ ਕਮਲ ਆ ਉਹ ਰਹਿੰਦਾ ਤੇ ਪਾਣੀ ਦੇ ਵਿੱਚ ਹੀ ਆ, ਫਿਰ ਵੀ ਉਹ ਆਪਣੇ ਆਪ ਨੂੰ ਉੱਪਰ ਰੱਖਦਾ। ਤੂੰ ਵੀ ਇਸ ਸੰਸਾਰ ਦੇ ਵਿੱਚ ਰਵੇਂਗਾ, ਪਰ ਤੇਰੇ ਵਿੱਚ ਜਿਹੜਾ ਹੈ ਉਹ ਅਟੈਚਮੈਂਟ ਨਹੀਂ ਹੋਵੇਗੀ ਸੰਸਾਰ ਦੇ ਨਾਲ। ਤੂੰ ਡੁੱਬਿਆ ਨਹੀਂ ਹੋਵੇਗਾ, ਤੂੰ ਤਾਰਾ ਜਾਏਗਾ, ਉੱਪਰ ਰਵੇਂਗਾ। ਮਿਰਕਾਬੀ ਵਾਲਾ ਹਿਸਾਬ ਹੋ ਜਾਏਗਾ। ਜਾਵੇਂਗਾ ਪਾਣੀ ਦੇ ਵਿੱਚ, ਪਰ ਪਾਣੀ ਤੇਰੇ ਪੈਰਾਂ ਨੂੰ ਨਹੀਂ ਲੱਗੇਗਾ। ਠੀਕ ਹੈ। ਉਹ ਕਿੱਦਾਂ ਬਣੂਗਾ? ਉਹ ਕਹਿੰਦੇ ਆ ਜਪ ਤਪ ਕਰਨਾ ਪਊਗਾ, ਸੰਜਮ ਕਰਨਾ ਪਊਗਾ, ਗੁਰਮੁਖ ਉਹਨਾਂ ਲੋਕਾਂ ਦੀ ਸੰਗਤ ਵੀ ਕਰਨੀ ਪਊ। ਉਹ ਤੈਨੂੰ ਭੇਦ ਸਾਰਾ ਦੱਸ ਦੇਣਗੇ ਤੇ ਇਹ ਸੰਸਾਰ ਦੇ ਵਿੱਚ ਏਦਾਂ ਹੀ ਗਾਂ ਲੰਘਣਾ। ਕਹਿੰਦੇ ਬੁੱਧ ਵਿਭੂਤ ਤੇ ਚੜਾਵੋ ਆਪਣੀ ਸਿੰਘੀ ਸੁਰਤ ਮਿਲਾਈ। ਠੀਕ ਹੈ ਜੀ। ਹੁਣ ਜਿਹੜੀ ਆ ਬੁੱਧੀ ਆ, ਹਾਂ ਬੁੱਧੀ, ਉਹਦੇ ਤੇ ਵੇਖੋ ਉਹਦਾ ਜਿਹੜਾ ਵਿਭੂਤੀ ਦਾ ਮਤਲਬ ਕੀ ਨੇ ਜਸਾ? ਜੋਗੀ ਲੋਕ ਸਵਾਹ ਮਲਦੇ ਸੀਗੇ ਆਪਣੇ, ਸਵਾਹ ਮਲ ਕੇ, ਸਵਾਹ ਤਾਂ ਬਹੁਤ ਜ਼ਰੂਰੀ ਸੀ ਉਹਨਾਂ ਦੇ ਬਟੂਏ 'ਚ ਹਮੇਸ਼ਾ ਸਵਾਹ ਰਹਿੰਦੀ ਸੀਗੀ, ਉਹ ਵੀ ਮਸ਼ਾਨ ਦੀ ਸਵਾਹ। ਕਹਿੰਦੀ ਬੁੱਧੀ ਮਹਾਰਾਜ ਕਹਿੰਦੇ ਵਿਵੇਕ ਬੁੱਧੀ ਹੈਗੀ ਨਾ ਤੇਰੇ ਕੋਲ, ਜਿਹੜੀ ਤੇਰੀ ਬੁੱਧੀ ਹੈਗੀ ਤੇਰੇ ਕੋਲ ਵਿਵੇਕ, ਤੇ ਤੇਰੇ ਕੋਲ ਸਵਾਹ ਹੈਗੀ ਭਾਈ, ਮਲੀ ਹੋਈ ਹੈ ਸਵਾਹ, ਮਲ ਗਈ ਆਪਣੇ ਆਪ ਸਵਾਹ ਤੇਰੀ, ਸਾਰੇ ਮਲ ਗਈ ਸਵਾਹ ਤੇਰੀ, ਵਿਵੇਕ ਬੁੱਧੀ ਹੈਗੀ ਤੇ ਤੇਰੇ ਕੋਲ। ਤੇ ਸਿੰਗੀ ਜਿਹੜੀ ਹੈਗੀ ਸੁਰਤ ਨੂੰ, ਸੁਰਤ ਸ਼ਬਦ ਦੇ ਵਿੱਚ ਜੋੜ ਦੇ, ਸਿੰਗੀ ਹੋ ਗਈ ਤੇਰੀ, ਵੱਜ ਜਾਊਗੀ। ਹਾਂਜੀ ਠੀਕ ਹੈ ਜੀ। ਹਾਂ ਪਰ ਕਹਿੰਦੇ ਵਿਭੂਤੀ ਮਤਲਬ ਹੁੰਦਾ ਬੁੱਧ ਦੇ ਉੱਤੇ ਵਿਭੂਤੀ ਚੜ ਵਿਵੇਕ ਦੀ। ਇਹਨੇ ਜੀ ਸਾਹਿਬ ਬਿਲਕੁਲ। ਤੁਸੀਂ ਵੇਖਿਆ ਨੀ ਹੁੰਦਾ ਕਿ ਕਈ ਵਾਰੀ ਪਿੱਤਲ ਤੇ ਆਪਾਂ ਸੋਨੇ ਦਾ ਵਰਕ ਚੜਾ ਦਿੰਦੇ ਹਾਂ, ਜਾਂ ਸੋਨੇ ਦੀ ਉੱਤੇ ਪਰਤ ਚੜਾਈ ਜਾਂਦੀ ਹੈ, ਜਿਹਦੇ ਨਾਲ ਉਹ ਪਿੱਤਲ ਵੀ ਸੋਨੇ ਵਰਗਾ ਲੱਗਦਾ। ਇਸੇ ਤਰ੍ਹਾਂ ਕਹਿੰਦੇ ਕਿ ਸਧਾਰਨ ਬੁੱਧੀ ਆ, ਉਹਦੇ ਤੇ ਵਿਭੂਤੀ ਚੜ। ਜਿੱਦਾਂ ਤੂੰ ਤਨ ਤੇ ਸਵਾਹ ਮਲੀ ਜਾਂਦਾ ਨਾ, ਉਹਦੇ ਨਾਲ ਤੈਨੂੰ ਕੋਈ ਫਾਇਦਾ ਨਹੀਂ ਹੋਣਾ। ਵਿਵੇਕ ਬੁੱਧੀ ਫਾਇਦਾ ਤੈਨੂੰ ਹੋਣਾ ਕਿ ਤੇਰੀ ਬੁੱਧੀ ਦੇ ਉੱਤੇ ਵਿਵੇਕ ਦਾ ਕਵਰ ਚਾੜ ਦੇ। ਠੀਕ ਹੈ ਜੀ। ਤੇ ਫਿਰ ਕੀ ਹੋਊਗਾ ਕਿ ਜਿਹੜੀ ਵਿਵੇਕ ਆ ਉਹਦੇ ਵਿੱਚੋਂ ਜਿਹੜੀ ਵੀ ਚੀਜ਼ ਨਿਕਲੂਗੀ, ਉਹ ਬੁੱਧੀ ਵੀ ਜਿਹੜੀ ਹੈ ਉਹ ਵੀ ਵਿਵੇਕ ਹੋ ਜਾਏਗਾ, ਗਿਆਨ ਹੋ ਜਾਏਗਾ, ਤੈਨੂੰ ਸੋਝੀ ਆ ਜਾਏਗੀ, ਤੇਰੇ ਜੀਵਨ ਦੇ ਵਿੱਚ ਉਚਾਈ ਆਵੇਗੀ। ਜਿਹੜੀ ਬੁੱਧੀ ਆ ਘਟੀਆ ਵਾ, ਜਦੋਂ ਉੱਤੇ ਵਿਵੇਕ ਦਾ ਕਵਚ ਚੜ ਗਿਆ ਤੇ ਉਹਦਾ ਅਸਰ ਜਿਹੜਾ ਵਾ ਬਦਲ ਜਾਏਗਾ। ਹੁਣ ਤੈਨੂੰ ਥੱਲੇ ਨਹੀਂ ਲੈ ਕੇ ਜਾਵੇਗੀ, ਤੈਨੂੰ ਉੱਪਰ ਚੁੱਕੇ। ਫਿਰ ਕਹਿੰਦੇ ਆ ਕਿ ਆਪਣੀ ਸਿੰਘੀ ਸੁਰਤ ਮਿਲਾ। ਹੁਣ ਕਹਿੰਦੇ ਆ ਕਿ ਜਿਹੜੀ ਤੇਰੀ ਸੁਰਤੀ ਆ, ਸੁਰਤੀ ਜਿਹੜੀ ਆ ਆਪਣੀ, ਜਦੋਂ ਆਪਣੇ ਆਪ 'ਚ ਸਥਿਰ ਹੋ ਜਾਂਦੀ ਆ, ਇਹਨਾਂ ਅੱਗੇ ਨਾ ਪਿੱਛੇ ਵਰਤਮਾਨ ਰੂਪੀ ਧਾਰਾ 'ਚ ਆ ਜਾਂਦੀ ਹੈ। ਇਹਨੂੰ ਕਹਿੰਦੇ ਤੁਰੀਆ ਅਵਸਥਾ। ਤੁਰੀਆ ਅਵਸਥਾ 'ਚ ਜਦੋਂ ਆਪਾਂ ਸਥਿਰ ਹੋ ਜਾਂਦੇ ਹਾਂ, ਉਹਨੂੰ ਸਵੈ ਅਸਤ ਕਹਿੰਦੇ ਹਾਂ ਆਪਾਂ। ਸਵੈ ਦੇ ਵਿੱਚ ਅਸਤ ਹੋ ਜਾਣਾ, ਆਪਣੇ ਆਪ 'ਚ ਸਥਿਰ ਹੋ ਜਾਣਾ। ਜਾਗਰਤ, ਸਪਨ, ਸੁਖਾਪਤੀ, ਤਿੰਨ ਅਵਸਥਾ 'ਚ ਬੰਦਾ ਜੰਮਦਾ, ਤਿੰਨਾਂ ਦੇ ਵਿੱਚ ਹੀ ਬੰਦਾ ਸੰਸਾਰ ਤੋਂ ਖਾ ਪੀ ਕੇ ਤੇ ਚੱਲ ਜਾਂਦਾ। ਕੋਈ ਬਹੁਤ ਵਿਰਲਾ ਟਾਵਾਂ, ਕੋਈ ਸੰਤ, ਕੋਈ ਬ੍ਰਹਮ ਗਿਆਨੀ, ਕੁਛ ਵੀ ਕਹਿ ਲਓ, ਸਾਧੂ ਕਹਿ ਲਓ, ਭਗਤ ਕਹਿ ਲਓ, ਜਿਹੜਾ ਤੁਰੀਆ ਤੇ ਪਹੁੰਚਦਾ। ਹੁਣ ਤੁਸੀਂ ਜਦੋਂ ਸਾਧਨਾ ਕਰਦੇ ਜੋ, ਸਾਧਨਾ ਕਰਦਿਆਂ ਜਦੋਂ ਤੁਸੀਂ ਸੌਂਦੇ ਜੋ ਨਾ, ਸਾਧਨਾ ਕਰਨ ਤੋਂ ਬਾਅਦ ਸੌਣਾ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰਿਆ ਕਰੋ ਅੱਧਾ ਘੰਟਾ ਸੌਵੋ। ਉਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਸਮਾਧੀ ਹੋਰ ਗਹਿਰੀ ਹੋ ਜਾਏਗੀ। ਸੁੱਤਿਆਂ ਵੀ ਤੁਸੀਂ ਸਮਾਧੀ 'ਚ ਚੱਲ ਜਾਣਾ। ਠੀਕ ਹੈ, ਸੌਣਾ ਜ਼ਰੂਰੀ ਹੈ। ਹੁਣ ਇੱਥੇ ਕਹਿੰਦੇ ਨੇ ਜਿਹੜੀ ਸੁਰਤੀ ਹੈ ਨਾ, ਸੁਰਤੀ ਦਾ ਮਤਲਬ ਹੈ ਕਿ ਤੁਹਾਡੀ ਸੁਰਤੀ ਦਾ ਬ੍ਰਹਮ ਦੇ ਵਿੱਚ ਲੀਨ ਹੋ ਜਾਣਾ, ਮਤਲਬ ਤੁਰੀ ਅਵਸਥਾ ਦੇ ਵਿੱਚ ਚਲੇ ਜਾਣਾ। ਇਹ ਜਿਹੜੀ ਉੱਤੇ ਜਿਹੜੀਆਂ ਮੌਨ ਦੀ ਮੁੰਦਰ ਲਿਖਿਆ ਨਾ, ਮੁੰਦਰਾ ਮੌਨ, ਜਿਹੜੀਆਂ ਮੌਨ ਹੋ ਜਾਣਾ ਹੀ ਸੁਰਤੀ ਦਾ ਟਿਕ ਜਾਣਾ। ਸੁਰਤੀ ਜਦੋਂ ਟਿਕ ਜਾਂਦੀ ਹੈ ਨਾ, ਤੇ ਤੁਸੀਂ ਮੌਨ ਹੋ ਜਾਣਾ। ਹੁਣ ਕੁਛ ਕਰਨ ਦੀ ਲੋੜ ਨਹੀਂ ਆ, ਤੁਸੀਂ ਬਹੁਤ ਗਹਿਰੇ ਜਾ ਚੁੱਕੇ ਜੋ। ਉੱਥੇ ਕੋਈ ਟਾਵਾਂ ਹੀ ਪਹੁੰਚਦਾ। ਜਦੋਂ ਤੁਸੀਂ ਉੱਥੇ ਪਹੁੰਚ ਗਏ ਤਾਂ ਆਟੋਮੈਟਿਕਲੀ ਹੀ ਤੁਸੀਂ ਉਹਨੂੰ ਅਨੁਭਵ ਕਰ ਲੈਣਾ ਹੈ, ਜਿਹਨੂੰ ਅਨੁਭਵ ਕਰਨ ਦੇ ਲਈ ਇੰਦਰੀਆਂ ਦੀ ਜ਼ਰੂਰਤ ਨਹੀਂ ਹੈ। ਸੁਰਤੀ ਜਦੋਂ ਆਪਣੇ ਆਪ 'ਚ ਸਥਿਰ ਹੋ ਜਾਂਦੀ ਆ, ਪਦਾਰਥਾਂ ਤੋਂ ਆਪਣੇ ਆਪ ਨੂੰ ਅਲੱਗ ਕਰ ਲੈਂਦੀ ਹੈ, ਉਹ ਚੇਤਨਾ ਬਣ ਜਾਂਦੀ ਆ। ਚੇਤਨਾ ਜਿਹੜੀ ਹੈ ਜਦੋਂ ਸਵੈ ਵਿੱਚ ਖਲੋ ਜਾਂਦੀ ਹੈ ਨਾ, ਤੇ ਫਿਰ ਤੁਸੀਂ ਦੇਖਦੇ ਹੋ ਜਿਹੜਾ ਅਨੁਭਵ ਕਰਨ ਵਾਲਾ ਹੈ ਤੇ ਜਿਹਨੂੰ ਅਨੁਭਵ ਕਰਨਾ ਹੈ, ਉਹ ਦੋ ਨਹੀਂ ਹਨ। ਕਿਉਂਕਿ ਪ੍ਰਕਿਰਤੀ ਦਾ ਜਿਹੜਾ ਪ੍ਰਭਾਵ ਹੈ ਉਹ ਜੜ ਤੇ ਆ। ਹੁਣ ਤੁਸੀਂ ਮਨ ਤੋਂ, ਬੁੱਧੀ ਤੋਂ, ਚਿੱਤ ਤੋਂ ਸਭ ਤੋਂ ਅੱਗੇ ਆ ਗਏ, ਹਉਮੈ ਤੋਂ ਵੀ ਅੱਗੇ ਆ ਗਏ। ਜਦੋਂ ਸੁਰਤੀ ਆਪਣੇ ਆਪ 'ਚ ਸਥਿਰ ਹੋ ਗਈ, ਸਮਝ ਲਓ ਕਿ ਤੁਸੀਂ ਤੁਰੀਆ 'ਚ ਆ ਗਏ।
ਹੁਣ ਕੋਈ ਤਰੰਗ ਨਹੀਂ ਹੈਗੀ, ਜੇਕਰ ਤਰੰਗ ਨਹੀਂ ਹੈਗੀ ਤੇ ਨਿੱਜਰ ਸਾਹਿਬ ਸੰਸਾਰ ਵੀ ਨਹੀਂ ਹੈਗਾ। ਬਿਲਕੁਲ ਤਰੰਗ ਹੈਗੀ ਤੇ ਸੰਸਾਰ ਹੈਗਾ, ਰਜੋ ਤਮੋ ਤੇ ਸਤੋ, ਇਹ ਤਿੰਨੇ ਚੱਲਦੇ ਪਏ। ਜਦੋਂ ਤਰੰਗ ਰਹਿਤ ਚਿੱਤ ਹੋ ਗਿਆ, ਸਮਝ ਲਓ ਕਿ ਤੁਸੀਂ ਇਹਨਾਂ ਤਿੰਨਾਂ ਤੋਂ ਮੁਕਤ ਹੋ ਕੇ ਸਵੈ ਚ ਅਸਤ ਹੋ ਗਏ, ਜੋ ਬਹੁਤ ਉੱਪਰ ਚਲ ਗਏ। ਠੀਕ ਹੈ ਜੀ। ਉੱਥੇ ਜਾਣ ਤੋਂ ਬਾਅਦ ਕੀ ਹੁੰਦਾ ਵਾ, ਬਾਣੀ ਵਿੱਚ ਲਿਖਿਆ ਨਹੀਂ, ਘੜੀਏ ਮਤ, ਘੜੀਏ ਸੁਰਤ ਮਤ ਮਨ ਬੁੱਧ। ਤਿੱਥੇ ਘੜੀਏ ਸੁਰਤ ਮਤ ਮਨ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਦਾਂ ਕੀ ਸੁਧ। ਹਾਂਜੀ ਵੀਰ ਜੀ। ਹਾਂ, ਇਹ ਉੱਥੇ ਉਹੀ ਅਵਸਥਾ ਹੈ, ਇਹਨੂੰ ਤੁਰਿਆ ਹੀ ਕਹਿੰਦੇ ਆਪਾਂ। ਠੀਕ ਹੈ। ਗ੍ਰੰਥਾਂ ਦੇ ਵਿੱਚ ਜਿਹੜਾ ਲਿਖਿਆ ਹੈ, ਇਹ ਇੱਕ ਲਿਖਿਆ ਵਾ ਕਿ ਜਿੱਥੇ ਤੇਰੀ ਮੱਤ ਘੜੀ ਜਾਊਗੀ, ਤੇਰੀ ਬੁੱਧ ਘਟੀ ਜਾਊਗੀ, ਤੇਰੀ ਸੁਰਤ ਘਟੀ ਜਾਊਗੀ। ਸੁਰਤ ਕਿਹੜੀ? ਆੜੀ। ਠੀਕ ਹੈ। ਸੁਰਤ ਦਾ ਘਟ ਜਾਣਾ ਮਤਲਬ ਕਿ ਜਦੋਂ ਤੁਸੀਂ ਮੂਵਮੈਂਟ ਲੈਸ ਹੋ ਜਾਂਦੇ, ਜੋ ਮੂਵ ਨਹੀਂ ਹੁੰਦੇ, ਇੱਕ ਸੈਂਟਰ ਪੁਆਇੰਟ ਤੇ ਆ ਕੇ ਖਲੋ ਜਾਂਦੇ, ਜੋ ਨਾ ਅੱਗੇ ਨਾ ਪਿੱਛੇ, ਬਿਲਕੁਲ ਇੱਕ ਐਸਾ ਬਿੰਦੂ ਜਿੱਥੇ ਕੋਈ ਗਤੀ ਨਹੀਂ ਹੋ ਰਹੀ, ਸੁਰਤੀ ਦਾ ਠਹਿਰ ਜਾਣਾ ਹੀ ਹੈ। ਉੱਥੇ ਫਿਰ ਸੁਰਤੀ ਘੜੀ ਜਾਂਦੀ ਹੈ। ਉਸ ਅਵਸਥਾ 'ਚ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਅੰਦਰ ਤੁਹਾਡਾ ਜਿਹੜੇ ਸੂਖਮ ਹੈਗੇ ਨਾ, ਗਿਆਨ ਇੰਦਰੀ, ਕਰਮ ਇੰਦਰੀਆਂ ਤੇ ਮਗਰ ਜਿਹੜਾ ਕਰਤਾ ਭਾਵ ਮਾਨਿਆ, ਬੁੱਧੀ ਹੈ, ਚਿੱਤ ਆ, ਇਹਨਾਂ ਆਪਣੇ ਆਪ ਹੀ ਘੜੇ ਜਾਣਾ। ਬਿਲਕੁਲ ਪੰਜਾਂ ਤੱਤਾਂ ਤੋਂ ਉੱਪਰ ਉੱਠ ਜਾਂਦਾ। ਪੰਜਾਂ ਤੱਤਾਂ ਦੀ ਰਚਨਾ ਤੋਂ ਜਿਹੜਾ ਹੈਗਾ ਪਾਸੇ ਹੋ ਜਾਂਦਾ ਇਨਸਾਨ, ਜਿਹੜਾ ਹੈਗਾ ਪਰਮਾਤਮਾ ਦੇ ਵਿੱਚ ਜਿਹੜਾ ਹੈਗਾ ਲੀਨ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂ ਬਿਲਕੁਲ। ਜਿੱਦਾਂ ਭੱਠੀ ਦੇ ਵਿੱਚ ਆਪਾਂ ਕੋਈ ਸੋਨਾ ਪਾਉਂਦੇ ਆ, ਉਹਦੇ ਵਿੱਚ ਅਸ਼ੁੱਧੀ ਖਤਮ ਹੋ ਜਾਂਦੀ ਆ, ਉਹਨੂੰ ਸਾੜ ਦਿੰਦਾ ਨਾ, ਗਰਮੀ ਸਾੜ ਦਿੰਦੀ ਉਹਨੂੰ, ਬਿਲਕੁਲ ਅੱਗ ਸਾੜ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਸੁਰਤੀ ਨੂੰ ਆਪਣੇ ਅੰਦਰ ਖਿਲਾਰ ਦਿੰਦੇ ਜੋ, ਤੇ ਬਸ ਤੁਹਾਡੇ ਅੰਦਰ ਜਿਹੜੀ ਅਸ਼ੁੱਧੀ ਪੈਦਾ ਹੋਈ ਆ, ਉਹਨੇ ਖਤਮ ਹੋ ਜਾਣਾ। ਕੁਛ ਔਖਾ ਕੰਮ ਨਹੀਂ ਹੈਗਾ। ਤੁਸੀਂ 2-3 ਮਹੀਨੇ ਸਮਾਧੀ 'ਚ ਪ੍ਰਵੇਸ਼ ਕੀਤਾ, ਤੁਹਾਡੇ ਅੰਦਰ ਜਿਹੜਾ ਗਿਆਨ ਪੈਦਾ ਹੋ ਜਾਣਾ, ਅਗਿਆਨ ਨੇ ਖਤਮ ਹੋ ਜਾਣਾ। ਏਦਾਂ ਤੇ ਨਹੀਂ ਨਾ ਹੋ ਸਕਦਾ ਉਧਰ ਸੂਰਜ ਵੀ ਚੜਿਆ ਹੋਵੇ ਤੇ ਉਧਰ ਹਨੇਰਾ ਵੀ ਹੋਵੇ। ਨਿੱਜਰ ਸਾਹਿਬ, ਨਹੀਂ ਹੋ ਸਕਦਾ ਜੀ, ਨਹੀਂ ਹੋ ਸਕਦਾ। ਹਾਂ, ਤੁਸੀਂ ਬਲਬ ਜਗਾਇਆ, ਹੁਣ ਕਮਰੇ 'ਚ ਬਲਬ ਜਗਾਤਾ ਤੇ ਹਨੇਰਾ ਕਿੱਥੋਂ ਆਊਗਾ? ਸੂਰਜ ਚੜਿਆ ਹੋਇਆ, ਜੇ ਸੂਰਜ ਚੜਿਆ, ਜੇ ਆਪਾਂ ਹੁਣ ਆਪਣੀਆਂ ਸਾਰੀਆਂ ਬੰਦ ਹੀ ਕਰ ਲਈਆਂ, ਸਾਰੀਆਂ ਸੂਰਜ ਨੂੰ ਆਉਣ ਹੀ ਨਹੀਂ ਦੇ ਰਹੇ, ਫਿਰ ਕੀ ਕਰ ਸਕਦੇ ਆਪਾਂ? ਹਾਂ, ਫਿਰ ਤੇ ਐਕਸਟ੍ਰੀਮ ਲੈਵਲ ਹੋ ਗਿਆ, ਬੰਦਾ ਏਦਾਂ ਹੀ ਕਰਦਾ। ਠੀਕ ਹੈ ਜੀ। ਹੁਣ ਇੱਥੇ ਆਪਾਂ ਵਿਚਾਰ ਕਰਨੀ ਆ, ਉਹ ਕਹਿੰਦੇ ਕਿ ਜਿਹੜੀ ਤੂੰ ਜੋਗੀ ਜੋ ਕਮਾਉਣਾ ਕਹਿ ਰਿਹਾ ਨਾ, ਇਹਨੂੰ ਕਹਿੰਦੇ ਨੇ ਜੋ ਕਮਾਉਣਾ। ਜਪ ਤਪ ਸੰਜਮ ਗੁਰਮੁਖ ਭੋਗੀ, ਸੰਸਾਰ 'ਚ ਰਹਿਣਾ ਹੈ, ਸੰਸਾਰ 'ਚ ਰਹਿ ਕੇ ਹੀ ਆਪਣਾ ਜੀਵਨ ਸਫਲ ਕਰਨਾ ਹੈ। ਬੁੱਧ ਵਿਭੂਤੀ ਚੜਾਓ, ਤੂੰ ਆਪਣੀ ਬੁੱਧੀ ਤੇ ਵਿਵੇਕ ਦੀ ਵਿਭੂਤੀ ਚੜਾਉਣੀ ਆ। ਜਿੱਦਾਂ ਉਹ ਸਵਾਹ ਮਲ ਲੈਂਦੇ ਨਾ ਸਰੀਰ ਤੇ ਵਿਭੂਤੀ, ਉਸੇ ਹੀ ਤਰ੍ਹਾਂ ਦੀ ਸਵਾਹ ਜਿਹੜੀ ਆ, ਗਿਆਨ ਰੂਪੀ ਸਵਾਹ, ਆਪਣੀ ਬੁੱਧੀ ਉੱਤੇ ਚਾੜ। ਉਹਦੇ ਨਾਲ ਕੀ ਹੋਊਗਾ? ਤੇਰੀ ਬੁੱਧੀ ਕੀ ਹੋ ਜਾਊ? ਵਿਵੇਕ ਹੋ ਜਾਊ। ਬਿਲਕੁਲ। ਕਿਉਂਕਿ ਬਾਹਰ ਜਿਹੜੀ ਸੰਸਾਰ ਦੇ ਨਾਲ ਟਕਰਾਏਗੀ, ਉਹ ਵਿਵੇਕ ਟਕਰਾਏਗਾ, ਬੁੱਧੀ ਤੇ ਅੰਦਰ ਹੈ। ਠੀਕ ਹੈ ਜੀ। ਕੰਟੈਕਟ ਜਿਹੜਾ ਪਹਿਲਾਂ ਵਿਵੇਕ ਦੇ ਨਾਲ ਹੋਵੇਗਾ। ਫਿਰ ਕਹਿੰਦੇ ਆ ਅਗਲੀ ਤੋਂ ਕੋਲ ਜੈਸਾ ਕਰ ਬੈਰਾਗ ਫਿਰੋ ਤਨਮ ਨਗਰੀ, ਮਨ ਕੀ ਕਿੰਗਰੀ ਵਜਾਏ। ਹਾਂ, ਇਹ ਬੈਰਾਗ ਹੈਗਾ ਭਾਈ। ਬੈਰਾਗ ਅਬੇ ਆਪਣੇ ਅੰਦਰ ਜਿਹੜਾ ਹੈਗਾ ਟਿਕਣਾ, ਆਪਣੇ ਅੰਦਰ। ਤਨ ਦੀ ਨਗਰੀ ਆ ਨਗਰੀ, ਇਹਦੇ ਅੰਦਰ ਵੜਨਾ ਹੈ ਆਪਾਂ ਨੇ, ਬਾਹਰ ਨਹੀਂ ਜਾਣਾ। ਬਾਹਰ ਗਏ ਤੇ ਫਿਰ ਜਿਹੜਾ ਹੈਗਾ ਪੰਜਾਂ ਤੱਤਾਂ ਦੇ ਵਿੱਚ ਚੱਲ ਪਏ। ਕਰ ਬੈਰਾਗ ਫਿਰੋਂ ਤਨ ਨਗਰੀ, ਮਨ ਕੀ ਕਿੰਗਰੀ ਵਜਾਈ। ਤਨ ਦੀ ਨਗਰੀ 'ਚ ਫਿਰਨਾ ਕੀ ਆ ਬਈ ਪੂਰੀ ਤਰ੍ਹਾਂ ਆਵਾਜ਼ 'ਚ ਰੱਖਣੀ ਆ, ਕਿਤੇ ਦੇ ਗੰਦਗੀ ਤਾਂ ਨਹੀਂ ਪਈ, ਕਿਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਝਾੜੂ, ਕਿਤੇ ਮੇਰੇ ਅੰਦਰ ਜਿਹੜਾ ਉਹ ਸਾਰਾ ਦੇ ਸਿਰ ਆਪਣੇ ਅਵਗੁਣ ਜਿਹੜੇ ਹੈਗੇ ਇੱਕ ਇੱਕ ਕਰਕੇ ਚੁਣ ਕੇ ਕੱਢ ਦੇਣੇ ਆ। ਇਸ ਤਰ੍ਹਾਂ ਅਵਗੁਣ ਨਿਕਲ ਜਾਣੇ ਆ। ਕਰ ਬੈਰਾਗ ਫਿਰੋਂ ਤਨ ਨਗਰੀ, ਮਨ ਕੀ ਕਿੰਗਰੀ ਵਜਾਈ। ਫਿਰ ਇਸ ਤਰੀਕੇ ਦੇ ਨਾਲ ਮਨ ਦੇ ਵਿੱਚ ਜਿਹੜਾ ਹੈਗਾ, ਮਨ ਦੀ ਕਿੰਗਰੀ ਵੱਜਦੀ ਆ ਭਾਈ। ਮਨ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਕਿੰਗ ਵੱਜਦਾ ਹੈ, ਮਨ ਦੇ ਅੰਦਰ ਜਿਹੜੀ ਹੈਗੀ ਨਾਦ ਵੱਜਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਮਨ ਦੀ ਕਿੰਗਰੀ ਦਾ ਮਤਲਬ ਹੈ ਮਨ ਨੂੰ ਚੁੱਪ ਕਰਾ ਦੇਣਾ। ਤੁਸੀਂ ਚੁੱਪ ਹੋ ਗਏ ਤੇ ਸਮਝ ਲਓ ਕਿ ਮਨ ਦੀ ਕਿੰਗਰੀ ਵੱਜਣੀ ਸ਼ੁਰੂ ਹੋ ਗਈ। देखो बाणी कहती जब हम होते तब तुम नहीं, जब तुम होते तब हम नहीं। बिल्कुल। मन दी किंगरी वजाउणा मतलब कि अपने मन नूं शांत कर देना, फिर तुम ही रह जांदा है, फिर परमात्मा ही रह जांदा। ओही मन दी किंगरी है। बस ठीक है जी। हाँ ते ठीक है, बहुत क्लोज है। हाँ जी, बस हाँ हो गया जी। इस तो अगे तीसरा बंद आएगा, ले लो जी, टाइम हैगा। हाँ जी हाँ जी। पंच तत्त ਲੈ ਹਿਰਦੇ ਰਾਖੋ, ਰਹੇ ਨਿਰਾਲਮ ਧਾੜੀ। ਕਹਿੰਦੇ ਪੰਜਾਂ ਤੱਤਾਂ, ਬਾਹਰ ਦਾ ਆਕਾਰ, ਮਾਇਆ, ਸੰਸਾਰ,
ਇਹਨਾਂ ਦੇ ਵਿਚਾਰ, ਇਹਨਾਂ ਤੋਂ ਵਿਚਾਰ ਲੈ ਕੇ, ਇਹਨਾਂ ਤੋਂ ਸੰਕੋਚ ਕੇ ਹਿਰਦੇ ਦੇ ਵਿੱਚ ਜਿਹੜੀ ਹੈ ਸੁਰਤ ਨੂੰ ਟਿਕਾ। ਪੰਜ ਤੱਤ ਲੈ ਹਿਰਦੇ ਰੱਖੋ। ਹਿਰਦੇ 'ਚ ਪਰਮਾਤਮਾ ਆਟੋਮੈਟਿਕਲੀ, ਮਾਲਕ ਪਰਮਾਤਮਾ ਤੇਰੇ ਹਿਰਦੇ 'ਚ ਹੈਗਾ। ਮਾਲਕ ਤਾਂ ਹੈ, ਬੈਠਾ ਹਿਰਦੇ ਦੇ ਵਿੱਚ, ਤਾਂ ਆਪਾਂ ਹੀ ਬਾਹਰ ਗਏ ਹੋਏ ਹਾਂ। ਪੰਜ ਤੱਤ ਲੈ ਹਿਰਦੇ ਰੱਖੋ। ਕੀ ਹੋਏਗਾ ਫਿਰ? ਰਹੇ ਨਿਰਾਲਮ ਤਾੜੀ। ਆ ਲਓ, ਹੋ ਗਈ ਸਮਾਧੀ, ਸਹਿਜ ਸਮਾਧੀ ਲੱਗ ਗਈ। ਸਮਾਧੀ ਤੋਂ ਵੀ ਉੱਪਰ ਹੋ ਗਿਆ, ਕਹਿੰਦੇ ਤਾੜੀ ਲੱਗ ਗਈ ਤੇਰੀ ਬਈ। ਪਤਾ ਹੀ ਨਹੀਂ ਹੈ ਭਾਈ ਕਿੱਥੇ ਹੈਗਾ ਬੰਦਾ, ਬਿਲਕੁਲ ਜਿਹੜਾ ਬਾਹਰਲੀ ਦੁਨੀਆ ਤੋਂ ਬਿਲਕੁਲ, ਉਹ ਤਾਂ ਕਿੱਥੇ ਸੁਰਤ ਉਹਦੀ ਜਿਹੜੀ ਹੈਗੀ ਵਿਚਾਰ ਮੰਡਲ ਕ੍ਰਾਸ ਕਰਕੇ ਗਗਨ ਮੰਡਲ ਦੇ ਵਿੱਚ ਹੈ, ਬ੍ਰਹਮ ਮੰਡਲ ਦੇ ਵਿੱਚ ਚਲੀ ਗਈ। ਪੰਜ ਤੱਤ ਲੈ ਹਿਰਦੇ ਰੱਖੋ, ਰਹੇ ਨਿਰਾਲਮ ਤਾੜੀ। ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਬਾੜੀ। ਕਹਿੰਦੇ ਪਾ ਆਖਰੀ ਦੇ ਵਿੱਚ ਕਬੀਰ ਜੀ ਫਿਰ ਜਿਹੜੇ ਹੈਗੇ ਸਮਝਾ ਰਹੇ ਆ ਭਾਈ, ਸੰਤਾਂ ਨੂੰ ਸਮਝਾ ਰਹੇ ਆ, ਬਾਕੀ ਦੁਨੀਆ ਨੂੰ ਨਹੀਂ ਸਮਝਾ ਰਹੇ ਕਬੀਰ ਜੀ। ਕਹਿਤ ਕਬੀਰ ਸੁਨੋ ਰੇ ਸੰਤੋ, ਸੰਤੋ ਮਤਲਬ ਸਾਧਨਾ ਕਰਨ ਵਾਲਿਓ, ਸਾਧਨਾ ਕਰਨ ਵਾਲਿਓ, ਨੁਕਤੇ ਦੀ ਗੱਲ ਦੇ ਰਹੇ ਆ, ਸਮਝ ਲਓ, ਸੁਣ ਲਓ, ਇਹਨੂੰ ਪੱਲੇ ਬੰਨ ਲਓ। ਦੋ ਚੀਜ਼ਾਂ ਦੱਸ ਰਹੇ ਆ, ਇੱਕ ਧਰਮ ਤੇ ਇੱਕ ਦਇਆ। ਧਰਮ ਤੇ ਦਇਆ ਹੋਏਗਾ ਤੁਹਾਡੇ ਅੰਦਰ। ਧਰਮ ਕੀ ਹੈ ਬਈ? ਆਪਣਾ ਕੀ ਧਰਮ ਹੈ ਇਨਸਾਨ ਦਾ? ਮਾਲਕ ਨੇ ਕਾਹਦੇ ਵਾਸਤੇ ਆਪਾਂ ਨੂੰ ਭੇਜਿਆ ਦੁਨੀਆ ਦੇ ਵਿੱਚ? ਇੱਕ ਦਇਆ। ਦੋ ਨੁਕਤੇ ਯਾਦ ਰੱਖੋ, ਦੋ ਧਰਮ ਤੇ ਦਇਆ ਲਿਆਓ ਜੀਵਨ ਦੇ ਵਿੱਚ। ਜੇ ਇਹ ਹੈਗਾ ਤੇ ਆ ਸਾਰੀ ਦੀ ਸਾਰੀ ਜਿਹੜੀ ਹੈਗੀ ਇਹ ਬਾੜੀ ਜਿਹੜੀ ਹੈਗੀ, ਖੇਤੀ ਜਿਹੜੀ ਹੈਗੀ ਆ, ਇਹ ਫਲੀਭੂਤ ਹੋ ਜਾਏਗੀ ਭਾਈ। ਉਹ ਅੰਮ੍ਰਿਤ ਫਲ ਮਿਲ ਜਾਏਗਾ ਔਰ ਸੰਸਾਰ ਸਮੁੰਦਰ ਤੋਂ ਬਾਹਰ ਹੋ ਜਾਵਾਂਗੇ। ਆ ਧਰਮ ਤੇ ਦਇਆ, ਇਹ ਬਾੜ ਕਰਨੀ ਹੈ ਇਹਦੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਉਹ ਕਹਿੰਦੇ ਕਰ ਪੰਜ ਤੱਤ ਲੈ ਹਿਰਦੇ ਰੱਖੋ। ਹਾਂ ਪੰਜ ਤੱਤ ਲੈ ਹਿਰਦੇ ਹੁਣ ਕਹਿੰਦੇ ਪੰਜ ਹਾਂ ਰੱਖੋ, ਰਹੇ ਨਿਰਾਲਮ ਤਾੜੀ। ਦੇਖੋ ਪੰਜਾਂ ਤੱਤਾਂ ਨੂੰ ਆਪਣੇ ਅੰਦਰ ਸਥਿਰ ਕਰ ਦੇਣਾ, ਉਹਨਾਂ ਦੇ ਔਗਣਾਂ ਨੂੰ ਰੋਕ ਦੇਣਾ। ਹੁਣ ਪੰਜ ਤੱਤ ਹੈਗੇ ਆ, ਇਹਨਾਂ ਦੇ ਔਗਣ ਹੈਗੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਿਲਕੁਲ ਹਾਂ। ਇਹਨਾਂ ਨੂੰ ਅਕਿਰਿਆ ਅਵਸਥਾ ਚ ਕਰਕੇ ਆਪ ਕੀ ਕਰਨਾ ਹੈ? ਨਿਰਾਲਮ ਤੇ ਤਾੜੀ ਲਾ ਲੈਣੀ ਆ, ਨਿਰਵਿਚਾਰ ਹੋ ਕੇ ਬਹਿ ਜਾਣ। ਹਾਂ, ਨਿਰਾਲਮ ਦਾ ਮਤਲਬ ਹੁੰਦਾ ਹੈ ਕਿ ਬਾਹਰ ਦੀ ਕੋਈ ਹੋਰ ਤੈਨੂੰ ਆਲਮ ਆਸਰੇ ਦੀ ਲੋੜ ਨਹੀਂ ਹੈ। ਹੁਣ ਬਸ, ਹੁਣ ਕੋਈ ਆਸਰੇ ਦੀ ਲੋੜ ਨਹੀਂ ਹੈ। ਨਿਰਾਲਮ, ਹੁਣ ਬਾਹਰਲੇ ਸਾਧਨਾਂ ਦੀ ਕਿਸੇ ਸਾਧਨ ਦੀ ਲੋੜ ਨਹੀਂ ਹੈ। ਹਾਂਜੀ ਵੀਰ ਜੀ। ਹਾਂ ਬਿਲਕੁਲ, ਉਹਨੂੰ ਆਪਣੇ ਅੰਦਰ ਇੱਕ ਸਥਿਰ ਕਰ ਦੇਣਾ, ਉਸ ਅਵਸਥਾ ਚ ਲੈ ਜਾਣਾ ਜਿੱਥੇ ਬਾਹਰੀ ਕਿਸੇ ਚੀਜ਼ ਦਾ ਪ੍ਰਭਾਵ ਨਾ ਹੋਵੇ। ਬਸ ਇਸ ਲਈ ਬਾਣੀ ਚ ਕਿਹਾ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਜਦੋਂ ਤੁਸੀਂ ਨਿਰਾਲਮ ਹੋ ਗਏ, ਆਪਣੇ ਆਪ ਚ ਸਥਿਰ ਹੋ ਗਏ, ਤੇ ਇਕੱਲਾ ਬ੍ਰਹਮ ਰਹਿ ਜਾਂਦਾ ਉਦੋਂ। ਠੀਕ ਹੈ ਜੀ। ਅਗਲੀ ਤੁਕ ਬੋਲੋ, ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਬਾੜੀ। ਧਰਮ ਤੇ ਦਇਆ, ਇਹ ਧਰਮ ਤੇ ਦਇਆ ਦੋ ਚੀਜ਼ਾਂ ਚਾਹੀਦੀਆਂ ਭਾਈ। ਇਹ ਬਾੜੀ ਹੈ, ਇਹ ਜੇ ਚਾਹੁੰਦੇ ਆ ਭਾਈ ਇਹ ਬਗੀਚੀ ਫਲੀਭੂਤ ਹੋ ਜਾਏ, ਇਸੇ ਜਨਮ ਦੇ ਵਿੱਚ ਮਨੁੱਖੀ ਸਰੀਰ ਮਿਲਿਆ ਆ, ਇਹਦੇ ਵਿੱਚ ਹੀ ਅੰਮ੍ਰਿਤ ਫਲ ਆ ਜਾਏ, ਤੇ ਭਾਈ ਧਰਮ ਤੇ ਦਇਆ ਆਪਣੇ ਜੀਵਨ 'ਚ ਲਿਆਉਣਾ ਪਊਗਾ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਤੁਹਾਨੂੰ ਕਹਿੰਦੇ ਆਪਣੇ ਜੀਵਨ 'ਚ ਧਰਮ ਵੀ ਲਿਆਉਣਾ ਪਊਗਾ ਤੇ ਧਿਆਨ ਨੂੰ ਲੈ ਕੇ ਆਉਣਾ ਪਊਗਾ, ਜੇਕਰ ਤੁਸੀਂ ਇਸ ਅਵਸਥਾ ਵਿੱਚ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਇੰਟਰਸਟਡ ਜੋ। ਬਿਲਕੁਲ। ਇਹ ਗੋਰਖੀ ਸਾਹਿਬ ਦੇਖੋ, ਉੱਪਰ ਸਭ ਤੋਂ ਪਹਿਲਾਂ ਸ਼ਬਦ ਸ਼ੁਰੂ ਹੋਇਆ ਸੀਗਾ, ਮੁੰਦਰਾ ਮੌਨ ਦਇਆ ਕਰ ਝੋਲੀ। ਇਹ ਦਇਆ ਦੀ ਝੋਲੀ ਨਹੀਂ ਹੈ ਤੇ ਖੈਰ ਪੈਣੀ ਨਹੀਂ ਹੈ। ਇਹ ਖੈਰ ਨਹੀਂ ਪੈਣੀ ਜਿਹੜੀ ਹੈਗੀ। ਆਪਾਂ ਕਹਿੰਦੇ ਹਾਂ ਵੀ ਮੈਂ ਸੰਸਾਰ ਸਮੁੰਦਰ ਤੋਂ ਬਾਹਰ ਹੋ ਜਾਊਂਗਾ, ਇਹ ਪ੍ਰਕਿਰਤੀ ਤੋਂ ਕੈਦ ਚੋਂ ਬਾਹਰ ਹੋ ਜਾਊਂਗਾ। ਕਹਿੰਦੇ ਦਇਆ ਦੀ ਝੋਲੀ ਹੋਊਗੀ ਤਾਂ ਬਾਹਰ ਹੋ ਸਕਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਜਿਹੜੀ ਦਇਆ ਦੀ ਜਿਹੜੀ ਆ ਬਾੜੀ ਕਰਨੀ ਪਊਗੀ। ਦੇਖੋ ਪਤਾ ਕੀ ਹੈ, ਬਾੜੀ ਜੇਕਰ ਨਹੀਂ ਕਰਦੇ ਆਪਾਂ, ਇਹ ਗੁਣ ਨਹੀਂ ਆਪਣੇ ਜੀਵਨ ਚ ਲੈ ਕੇ ਆਉਂਦੇ, ਤੇ ਫਿਰ ਜੇ ਦਇਆ ਨਹੀਂ ਹੈਗੀ, ਸਾਡੇ ਜੀਵਨ ਚ ਧਰਮ ਹੀ ਨਹੀਂ ਹੈਗਾ, ਤੇ ਫਿਰ ਕਾਹਦਾ ਜੀਵਨ ਹੈ? ਦਇਆ ਦਾ ਮਤਲਬ ਇਹੋ ਹੀ ਆ ਕਿ ਬਈ ਜਿਹੜਾ ਲੰਘ ਗਿਆ ਪੁੱਲ ਦੇ ਥੱਲੋਂ ਪਾਣੀ, ਉਹਨੂੰ ਛੱਡ ਨਾ ਖਿੱਚ, ਉਹਨੂੰ ਰੱਸੀਆਂ ਖੋਲ ਦੇ ਤੇ ਉਹ ਰੁੜ ਕੇ ਗਾਂਹ ਚੱਲ ਜੇ। ਤੇ ਧਰਮ ਦਾ ਮਤਲਬ ਇਹੋ ਹੀ ਆ ਕਿ ਜੀਵਨ ਨੂੰ ਇੱਕ ਅਨੁਸ਼ਾਸਨ ਚ ਚਲਾਉਣਾ, ਨਾ ਸੱਜੇ ਨਾ ਖੱਬੇ, ਤੂੰ ਖੱਡਿਆਂ ਚ ਗੱਡੀ ਨਹੀਂ ਮਾਰਨੀ। ਧਰਮ ਦਾ ਮਤਲਬ ਹੀ ਇਹੋ ਆ। ਸਾਫ਼ ਸੁਥਰੀ ਡਰਾਈਵਰੀ ਕਰਨੀ ਆ, ਪਰ ਚੀਜ਼ ਦੀ ਦੁਰਵਰਤੋਂ ਨਹੀਂ ਕਰਨੀ। ਠੀਕ ਹੈ ਜੀ। ਨਿਜਤ ਸਾਹਿਬ ਅੱਗੇ ਚਲੀਏ। ਬਸ ਹੋ ਗਿਆ ਸ਼ਬਦ ਜੀ। ਹਾਂਜੀ ਠੀਕ ਹੈ। ਅੱਜ ਦੇ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਸਾਧ ਸੰਗਤ ਜੀ। ਬਾਕੀ ਗੱਲਾਂ ਉਹਨਾਂ ਨੇ ਜਿਹੜੀਆਂ ਕੀਤੀਆਂ ਨੇ, ਇੱਕ ਤੇ ਮੌਨ ਹੋਣ ਦੀ ਗੱਲ ਕੀਤੀ ਆ, ਫਿਰ ਕਹਿੰਦੇ ਤੁਸੀਂ ਆਪਣੇ ਕੰਨ 'ਚ ਜਿਹੜੀ ਮੁੰਦਰਾ ਪਾਉਣੀ ਆ, ਮੌਨ ਦੀਆਂ ਪਾਓ।
ਨਕਲੀ ਮੁੰਦਰਾ ਨਾ ਪਾ ਕੇ ਬਹਿ ਜਾਓ। ਪਰ ਲੋਕੀ ਨਕਲੀ ਪਾ ਕੇ ਵੀ ਆਪਣੇ ਆਪ ਨੂੰ ਬਣ ਜਾਂਦੇ ਨੇ ਜੋਗੀ। ਉਹ ਕਹਿੰਦੇ ਜੇ ਤੂੰ ਤੇਰੀ ਗੋਦੜੀ ਹੈਗੀ ਆ, ਜਿੱਦਾਂ ਤੂੰ ਗੋਦੜੀ ਚੁੱਕੀ ਫਿਰਦਾ, ਉਸੇ ਤਰ੍ਹਾਂ ਤਨ ਰੂਪੀ ਗੋਦੜੀ ਨੂੰ ਆਪਣਾ ਸੀਕ ਕੇ ਰੱਖ। ਇਹਦੀਆਂ ਇੰਦਰੀਆਂ ਤੇ ਸੰਜਮ ਕਰ, ਕਿਤੇ ਇਹ ਨਾ ਹੋਵੇ ਕਿ ਇੰਦਰੀਆਂ ਤੇਰੀਆਂ ਗਲਤ ਜਗ੍ਹਾ ਤੁਰੀਆਂ ਫਿਰ ਪਰ ਤੈਨੂੰ ਪਤਾ ਨਾ ਹੋਵੇ। ਫਿਰ ਉਹ ਕਹਿੰਦੇ ਆ ਕਿ ਗਿਆਨ ਤੇ ਧਰਮ, ਜਿਹੜਾ ਗਿਆਨ ਤੇ ਵਿਚਾਰ ਆ, ਉਹਦੀ ਇਸਤੇਮਾਲ ਕਰਨਾ ਹੈ ਆਪਾਂ। ਜੇਕਰ ਆਪਾਂ ਇਸਤੇਮਾਲ ਨਹੀਂ ਕਰਦੇ ਤੇ ਫਿਰ ਮੁਸ਼ਕਿਲ ਹੋ ਜਾਊਗੀ। ਹੁਣ ਤੁਹਾਨੂੰ ਇਸ ਚੀਜ਼ ਨੂੰ ਵੇਖਣਾ ਪਊਗਾ ਕਿ ਮੇਰੀ ਗੱਡੀ ਦੀ ਕਪੈਸਿਟੀ ਕੀ ਹੈ। ਜੇ ਗੱਡੀ ਬਹੁਤੀ ਪੁਰਾਣੀ ਆ ਤੇ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਇਹ ਥੋੜੀ ਕਿ ਨਵੀਂ ਗੱਡੀ ਵਾਂਗੂ ਭਜਾਈ ਜਾਵਾਂਗੇ ਉਹਨੂੰ। ਸਾਨੂੰ ਪਤਾ ਪੁਰਾਣੀ ਗੱਡੀ ਆ, ਫਿਰ ਉਹਦਾ ਗਿਆਨ ਜਿਹੜਾ ਹੈ ਕਿ ਉਹ ਚੀਜ਼ ਨੂੰ ਬਚਾਉਂਦਾ। ਇਸੇ ਹੀ ਤਰ੍ਹਾਂ ਗਿਆਨ ਸਾਨੂੰ ਕੀ ਕਰਦਾ ਕਿ ਬੁਰੀਆਂ ਸੰਗਤ ਤੋਂ, ਬੁਰੀਆਂ ਅਲਾਮਤਾਂ ਤੋਂ ਬਚਾਉਂਦਾ। ਸਾਨੂੰ ਉੱਥੇ ਨਹੀਂ ਜਾਣ ਦਿੰਦਾ। ਜਿੱਦਾਂ ਪੁਰਾਣੀ ਗੱਡੀ ਨੂੰ ਆਪਾਂ ਖੱਡਿਆਂ 'ਚ ਨਹੀਂ ਨਾ ਮਾਰੀਦਾ ਨਿੱਜਾ ਸਾਹਿਬ। ਬਿਲਕੁਲ। ਸਾਨੂੰ ਪਤਾ ਇਹਦੀ ਕਪੈਸਿਟੀ ਘੱਟ ਆ, ਹੁਣ ਇਹਦੇ 'ਚ ਪਾਵਰ ਨਹੀਂ ਹੈਗੀ। ਹੁਣ ਤੁਸੀਂ ਵੇਖਿਆ ਨਹੀਂ ਟਰੱਕ ਜਿਹੜੇ ਹੁੰਦੇ ਆ, ਪਹਿਲਾਂ ਕਿੰਨਾ ਮਾਲ ਲੱਦ ਦਿੰਦੇ ਉੱਤੇ, ਫਿਰ ਜਿਵੇਂ ਟਰੱਕ ਪੁਰਾਣੇ ਹੋ ਜਾਂਦੇ ਆ ਤੇ ਫਿਰ ਉਹਤੇ ਘੱਟ ਮਾਲ ਲੱਦ ਦਿੰਦੇ। ਕਿਉਂ? ਕਿਉਂਕਿ ਕਪੈਸਿਟੀ ਘੱਟ ਗਈ। ਇਸੇ ਹੀ ਤਰ੍ਹਾਂ ਜਦੋਂ ਇੰਦਰੀਆਂ ਹਨ, ਇੰਦਰੀਆਂ ਨੂੰ ਸੰਜਮ 'ਚ ਰੱਖਣਾ ਪੈਂਦਾ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਇੱਕ ਨਾ ਬੇਨਤੀ ਹੈਗੀ ਗੋਰਖੀ ਸਾਹਿਬ ਸੰਗਤ ਵੱਲੋਂ। ਕਹਿੰਦੇ ਕਿ ਗੋਰਖੀ ਸਾਹਿਬ ਨੂੰ ਕਹੋ ਵੀ ਜਿਸ ਤਰ੍ਹਾਂ ਉਹ ਇੰਡੀਵਿਜੂਅਲ ਨੂੰ ਜਿਹੜਾ ਹੈਗਾ ਧਿਆਨ ਇੰਡੀਵਿਜੂਅਲ ਦੀ ਧਿਆਨ ਸਮਾਧੀ ਲਗਾਉਂਦੇ ਆ, ਉਸ ਤਰ੍ਹਾਂ ਹੀ ਸਾਰੀ ਸੰਗਤ ਦੀ ਵੀ ਲਵਾ ਦਿਆ ਕਰਨ ਥੋੜ੍ਹਾ ਜਿਹਾ ਬਸ। ਹੁਣ ਇਸ ਤੋਂ ਬਾਅਦ ਜਿਹੜਾ, ਕਿਉਂਕਿ ਇਹ ਸਾਰੇ ਵਿਚਾਰ ਦਾ ਜਿਹੜਾ ਹੈਗਾ ਨਿਚੋੜ ਜਿਹੜਾ ਹੈਗਾ ਉਹ ਹੈਗਾ ਧਿਆਨ ਸਿਮਰਨ ਬਸ। ਹਾਂਜੀ ਵੀਰ ਜੀ, ਇੰਨੀ ਕੁ ਬੇਨਤੀ। ਕੋਈ ਨਹੀਂ, ਕਥਾ ਘੱਟ ਕਰ ਦਿਆ ਕਰਾਂਗੇ ਤੇ ਕੋਈ ਨਹੀਂ, ਆਪਾਂ ਸਮਾਧੀ 'ਚ ਟਾਈਮ ਜ਼ਿਆਦਾ ਲਾ ਲਿਆ ਕਰਾਂਗੇ। ਠੀਕ ਹੈ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਿਵਾਜ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਇਹ ਮੇਰੇ ਪਿਤਾਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ। ਮਾਲਕ, ਅਸੀਂ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਮਿਹਰ ਕਰੋ ਮੇਰੇ ਮਾਲਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।